तू सुल्तान कहाँ हूँ मियाँ, तेरी कमन वडाई। जो तू देह सो कहाँ स्वामी, मैं मूर्ख कहन न जाय। सो कहो टल गुर सेविय, अहनिस सहज सुपाए। दर्शन परसिय गुरु कै, जन्म मरण दुख जाय। होवै सिवत खसमदी, नूर अरसों कुरसों चट्टियै। तुद डिठै सच्चे पातशाह, मल जन्म जन्म दी कट्टी। सजन सच्चा पातशाह, सिर शाहां दे शाह। जिस पास बैठिया सोही है, सबना दा वेसा। वाहिगुरु जी। बसंत महला तीजा, नाम रते कुलां का करहें उदार। साची बाणी नाम प्यार, मनमुख भूले काहे आए। नामोह भूले जन्म गवाए। नाम रते कुलां का करहें उधार। साची बाणी नाम प्यार, मनमुख भूले काहे आए। नामोह भूले जन्म गवाए। जीवत मरै मर मरण सवारै, गुर कै शब्द साच उर धारै। रहाओ गुरमुख सच भोजन पवित्र शरीरा। मन निर्मल सदगुणी गहीरा। जम्मै मरै ना आवे जाए, गुर प्रसादी साच समाए। साचा सेवो साच पछाणै, गुर कै शब्द हर दर निशाणै। दर साचै सच सोबा होए, निज कर वासा पावै सोए। आप अभुल सच्चा सच सोए, होर सब भूलैं दूजै पत खोए। साचा सेवो साची बाणी, नानक नामे साच समाणी। निज कर वासा पावै सोए, आप अभुल सच्चा सच सोए। होर सब भूलैं दूजै पत खोए। साचा सेवो साची बाणी, नानक नामे साच समाणी। वाहिगुरु जी का खालसा, वाहिगुरु जी की फतेह। गरीबनवाज सतगुरु जी सर्ब सुखां दे दाते, जुगो जुग अटल। जाहरा जहूर अति हाजरा हजूर। धन श्री गुरु ग्रंथ साहिब जी की पावन पवित्र हजूरी का आनंद मान रहे परम सत्कारयोग वडभागी गुरु सवारी सतसंगी जनों, वाहिगुरु जी की बख्शिश सदका
ਅੰਮ੍ਰਿਤ ਵੇਲੇ ਦੀਆਂ ਇਸ ਭਾਗ ਘੜੀਆਂ ਪ੍ਰਾਪਤ ਹੋਈਆਂ ਨੇ। ਸਤ ਸੰਗਤ ਵਿੱਚ ਬੈਠ ਕੇ ਗੁਰਬਾਣੀ ਦਾ ਕੀਰਤਨ ਆਪ ਜੀ ਨੇ ਸਰਵਣ ਕੀਤਾ ਹੈ। ਗੁਰੂ ਕੇ ਪਵਿੱਤਰ ਬਾਣੀ ਦੀ ਵਿਚਾਰ ਆਪ ਜੀ ਹਰ ਰੋਜ਼ ਜੋ ਸੁਣਦੇ ਹੋ, ਉਸ ਦੇ ਨਾਲ ਸੰਬੰਧਿਤ ਗੁਰੂ ਅਮਰਦਾਸ ਜੀ ਦੇ ਇਹ ਪਾਵਨ ਬਚਨ ਬਸੰਤ ਰਾਗ ਵਿੱਚੋਂ ਆਪ ਜੀ ਸਰਵਣ ਕਰ ਰਹੇ ਸੀ। ਗੁਰੂ ਸਾਹਿਬ ਜੀ ਨੇ ਅੱਜ ਦੇ ਮੁੱਖ ਵਾਕ ਦੇ ਰਾਹੀਂ ਇਹ ਗਿਆਨ ਸਾਨੂੰ ਬਖਸ਼ਿਆ ਹੈ ਕਿ ਮਨੁੱਖ ਗੁਰੂ ਕੇ ਸ਼ਬਦ ਰਾਹੀਂ ਜਦੋਂ ਜਿਉਂਦਾ ਮਰ ਜਾਂਦਾ ਹੈ ਤਾਂ ਆਪਣੀ ਆਉਣ ਵਾਲੀ ਮੌਤ ਨੂੰ ਸਵਾਰ ਲੈਂਦਾ ਹੈ। ਪਰਮਾਤਮਾ ਨੇ ਸਾਨੂੰ ਮਨੁੱਖਾ ਦੇਹੀ ਬਖਸ਼ੀ ਹੈ। ਇਹ ਸਰੀਰ ਸਦਾ ਕਿਸੇ ਦਾ ਕਾਇਮ ਨਹੀਂ ਰਹਿਣਾ, ਉਹਦੇ ਹੁਕਮ 'ਚ ਮਿਲਿਆ, ਉਹਦੇ ਹੁਕਮ ਵਿੱਚ ਸਾਨੂੰ ਛੱਡਣਾ ਵੀ ਪੈਣਾ। ਸਰੀਰ ਨੂੰ ਮਨੁੱਖ ਜੀਵਨ ਸਮਝ ਬੈਠਦਾ ਹੈ। ਸਰੀਰ ਜੀਵਨ ਨਹੀਂ ਹੈ, ਸਰੀਰ ਇੱਕ ਸਾਧਨ ਹੈ, ਸਰੀਰ ਇੱਕ ਪੌੜੀ ਹੈ, ਸਰੀਰ ਇੱਕ ਰਸਤਾ ਹੈ ਜਿਹਦੇ ਰਾਹੀਂ ਅਸੀਂ ਉਸ ਸਦ ਜੀਵਨ ਵਾਲੇ ਪਾਸੇ ਜਾਣਾ ਸੀ। ਮਨੁੱਖ ਸਰੀਰ ਦੀ ਮੌਤ ਤੋਂ ਡਰਦਾ ਹੈ, ਪਰ ਅਸਲੀ ਜਿਹੜੀ ਮੌਤ ਉਹਦਾ ਇਹਨੂੰ ਗਿਆਨ ਹੀ ਨਹੀਂ ਹੁੰਦਾ। ਆਸਾ ਰਾਗ ਵਿੱਚ ਸਤਿਗੁਰੂ ਜੀ ਨੇ ਇੱਕ ਬਚਨ ਕਿਹਾ ਹੈ, ਜੀਵਤ ਤੀਸੈ ਤਿਸ ਸਰ ਪਰ ਮਰਨਾ, ਜੋ ਮੂਵਾ ਤਿਸ ਨਿਸ਼ਚਲ ਰਹਿਣਾ। ਜੋ ਕੁਝ ਸਾਨੂੰ ਜਿਉਂਦਾ ਦਿਸਦਾ ਹੈ ਇਹਨਾਂ ਅੱਖਾਂ ਦੇ ਨਾਲ, ਇਹ ਤੇ ਯਕੀਨਨ ਖਤਮ ਹੋਣਾ ਹੀ ਹੈ, ਇਹ ਤੇ ਮਰਨਾ ਹੀ ਹੈ, ਸਰੀਰ ਨੇ ਤੇ ਬਿਨਸਣਾ ਹੀ ਹੈ। ਪਰ ਜੋ ਮੂਵਾ ਤੇ ਨਿਸ਼ਚਲ ਰਹਿਣਾ, ਪਰ ਜਿਹਨੂੰ ਜਿਉਂਦੇ ਮਰਨ ਦੀ ਜਾਚ ਆ ਗਈ, ਜਿਹਨੂੰ ਸਦ ਜੀਵਨ ਪ੍ਰਾਪਤ ਹੋ ਗਿਆ, ਉਹ ਸਦਾ ਕਾਇਮ ਰਹਿੰਦਾ ਹੈ। ਇਹ ਸਰੀਰ ਇਸ ਲਈ ਸੀ ਕਿ ਇਸ ਸਰੀਰ 'ਚ ਰਹਿੰਦੇ ਹਾਂ ਅਸੀਂ ਆਤਮਿਕ ਜੀਵਨ ਵਾਲੇ ਪਾਸੇ ਤੁਰਦੇ, ਉਹ ਸਦ ਜੀਵਨ ਪ੍ਰਾਪਤ ਕਰ ਲੈਂਦੇ। ਉਹ ਸਦ ਜੀਵਨ ਤਾਂ ਮਿਲਦਾ ਜੇ ਅਸੀਂ ਜਿਉਂਦੇ ਮਰਨਾ ਸਿੱਖ ਲਈਏ। ਗੁਰੂ ਸਾਹਿਬ ਜੀ ਨੇ ਅੰਮ੍ਰਿਤ ਬਾਣੀ ਰਾਹੀਂ ਬਚਨ ਕੇ ਸ਼ਬਦ ਮਰੋ ਫਿਰ ਜੀਵੋ ਸਦ ਹੀ ਤਾਂ ਫਿਰ ਮਰਨ ਨਾ ਹੋਈ। ਗੁਰੂ ਕੇ ਸ਼ਬਦ ਰਾਹੀਂ ਇੱਕ ਵਾਰੀ ਮਰ ਜਾਓ, ਫਿਰ ਤੁਸੀਂ ਸਦਾ ਲਈ ਜਿਉਂਦੇ ਹੋ ਜਾਓਗੇ। ਗੁਰੂ ਸਾਹਿਬ ਜੀ ਨੇ ਆਪਣੇ ਕੋਲ ਆਉਣ ਵਾਲੇ ਹਰ ਪ੍ਰਾਣੀ ਨੂੰ ਕਿਹਾ, ਪਹਿਲਾਂ ਮਰਨ ਕਬੂਲ ਜੀਵਨ ਕੀ ਛਾਡਾਸ। ਪਹਿਲਾਂ ਮਰਨਾ ਪ੍ਰਵਾਨ ਕਰ। ਮਰਨ ਦਾ ਅਰਥ ਕੀ, ਜਿਉਂਦੇ ਮਰਨ ਦਾ ਅਰਥ ਕੀ ਹੈ? ਬੜੇ ਸੁੰਦਰ ਬਚਨ ਸਤਿਗੁਰੂ ਸਾਹਿਬ ਜੀ ਨੇ ਕਹੇ ਨੇ ਕਿ ਉਹ ਪਰਮਾਤਮਾ ਜਿਹੜਾ ਹੈ ਨਾ, ਉਹਨੂੰ ਅਸੀਂ ਇਹਨਾਂ ਅੱਖਾਂ ਨਾਲ ਨਹੀਂ ਦੇਖ ਸਕਦੇ, ਇਹਨਾਂ ਕੰਨਾਂ ਨਾਲ ਨਹੀਂ ਸੁਣ ਸਕਦੇ, ਇਹਨਾਂ ਹੱਥਾਂ ਨਾਲ ਉਹਨੂੰ ਨਹੀਂ ਫੜ ਸਕਦੇ। ਉਹਦੇ ਲਈ ਤਾਂ ਅੱਖੀਂ ਬਾਝੋਂ ਵੇਖਣਾ, ਮਿਣ ਕੰਨਾਂ ਸੁਣਨਾ, ਜੀਹਵੇ ਬਾਝੋਂ ਬੋਲਣਾ, ਮਿਣ ਹੱਥਾਂ ਕਰਨਾ। ਅੱਖਾਂ ਤੋਂ ਬਿਨਾਂ ਉਹਨੂੰ ਦੇਖਣਾ, ਕੰਨਾਂ ਤੋਂ ਬਿਨਾਂ ਉਹਨੂੰ ਸੁਣਨਾ, ਜੀਭ ਤੋਂ ਬਿਨਾਂ ਬੋਲਣਾ, ਹੱਥਾਂ ਤੋਂ ਬਿਨਾਂ ਕਰਨਾ, ਪੈਰਾਂ ਤੋਂ ਬਿਨਾਂ ਚੱਲਣਾ। ਪੈਰਾਂ ਬਾਝੋਂ ਚੱਲਣਾ, ਇਹ ਜੀਵਤ ਮਰਨਾ, ਇਹ ਹੈ ਜਿਉਂਦੇ ਮਰਨ। ਅੱਖਾਂ ਬਾਝੋਂ ਦੇਖਣ ਦਾ ਅਰਥ ਇਹ ਹੈ ਕਿ ਅੱਖਾਂ ਦੇ ਵਿੱਚੋਂ ਵਿਕਾਰੀ ਦ੍ਰਿਸ਼ਟੀ ਖਤਮ ਹੋ ਜਾਏ। ਇਹ ਅੱਖੀਆਂ ਜਿਹੜੀਆਂ ਕੇਵਲ ਰੂਪ ਰੰਗ ਤੇ ਹੀ ਲੁਭਾਇਮਾਨ ਹੁੰਦੀਆਂ ਨੇ, ਉਹਦੇ ਵੱਲੋਂ ਹਟ ਕੇ ਹਰ ਹਿਰਦੇ 'ਚੋਂ ਰੱਬੀ ਜੋਤ ਨੂੰ ਦੇਖ ਲੈਣ। ਕੰਨਾਂ ਬਾਝੋਂ ਮਰਨ ਦਾ ਅਰਥ ਕੰਨ ਚੁਗਲੀ ਨਿੰਦਿਆ ਔਗਣਾ ਵਾਲੀਆਂ ਗੱਲਾਂ ਵੱਲੋਂ ਹਟ ਜਾਣ, ਮਰ ਜਾਣ। ਜੀਭੇ ਬਾਝੋਂ ਦਾ ਅਰਥ ਇਹ ਹੈ ਕਿ ਜੀਭ ਜਿਹੜੀ ਚਸਕਿਆਂ ਤੋਂ, ਚੁਗਲੀ ਨਿੰਦਿਆ ਤੋਂ ਰਹਿਤ ਹੋ ਜਾਏ, ਬੁਰਾਈਆਂ ਦੀਆਂ ਗੱਲਾਂ ਕਰਨ ਤੋਂ ਰਹਿਤ ਹੋ ਜਾਏ। ਇਹ ਸਮਝੋ ਜੀਭ ਦੁਨੀਆ ਵੱਲੋਂ ਮਰ ਗਈ, ਕੰਨ ਦੁਨੀਆ ਵੱਲੋਂ ਮਰ ਗਏ। ਸਾਹਿਬ ਜੀ ਕਹਿੰਦੇ ਇਉਂ ਜੀਵਤ ਮਰਨਾ, ਇਹ ਹੈ ਜਿਉਂਦੇ ਮਰਨ। ਜਿਉਂਦੇ ਮਰਨ ਦਾ ਅਰਥ ਹੈ ਕਿ ਆਪਣੇ ਇਹਨਾਂ ਇੰਦਰੀਆਂ ਨੂੰ ਵਿਕਾਰਾਂ ਤੋਂ ਉੱਚੇ ਉਠਾ ਲੈਣਾ। ਜਿਉਂਦੇ ਮਰਨ ਦਾ ਅਰਥ ਹੈ ਕਿ ਦੁਨਿਆਵੀ ਹਰਕ ਸੋਗ ਤੋਂ ਮੁਕਤ ਹੋ ਜਾਣਾ। ਗੁਰਬਾਣੀ ਵਿੱਚ ਸਤਿਗੁਰੂ ਜੀ ਨੇ ਬਚਨ ਕੇ ਨੇ, ਤੈਸਾ ਹਰਕ ਤੈਸਾ ਉਸ ਸੋਗ, ਸਦਾ ਅਨੰਤ ਨਹੀਂ ਵਿਯੋਗ, ਤੈਸਾ ਸਵਰਨ ਤੈਸੀ ਉਸ ਮਾਟੀ, ਤੈਸਾ ਅੰਮ੍ਰਿਤ ਤੈਸੀ ਬਿਖ ਖਾਟੀ। ਜਿਉਂਦੇ ਮਰਨ ਦਾ ਅਰਥ ਹੈ ਕਿ ਲੋਹਾ ਸੋਨਾ ਬਰਾਬਰ ਹੀ ਨਜ਼ਰ ਆਏ, ਹਿਰਦੇ 'ਚ ਕੋਈ ਲਾਲਚ ਨਾ ਹੋਏ। ਜਿਉਂਦੇ ਮਰਨ ਦਾ ਅਰਥ ਹੈ ਕਿ ਹਰ ਇੱਕ ਸੋਗ ਵਿੱਚ ਇੱਕ ਰਸ ਬੰਦਾ ਰਹੇ, ਉਸਤਤ ਨਿੰਦਾ ਵਿੱਚ ਇੱਕ ਰਸ ਰਹੇ।
ਇਉਂ ਜੀਵਤ ਮਰਨ। ਗੁਰੂ ਨਾਨਕ ਸਾਹਿਬ ਜੀ ਦੇ ਬੜੇ ਪਿਆਰੇ ਬਚਨ ਨੇ ਰਾਮਕਲੀ ਰਾਗ ਵਿੱਚ, ਜਿੱਥੇ ਗੁਰੂ ਸਾਹਿਬ ਜੀ ਨੇ ਕਿ ਜਿਤ ਦਰ ਵਸੇ ਕਵਨ ਦਰ ਕਹੀਏ, ਦਰਾਂ ਭੀਤਰ ਦਰ ਕਵਨ ਲਹੈ। ਉਹ ਪਰਮਾਤਮਾ ਜਿਸ ਅਸਥਾਨ ਤੇ ਰਹਿੰਦਾ ਹੈ, ਜਿਸ ਦਰ ਤੇ ਰਹਿੰਦਾ ਹੈ, ਜਿਸ ਘਰ ਵਿੱਚ ਰਹਿੰਦਾ ਹੈ, ਉਹ ਕਿਹੋ ਜਿਹਾ ਹੈ ਪਰਮਾਤਮਾ ਦਾ ਘਰ। ਸਾਰੇ ਘਰਾਂ ਤੋਂ ਅੱਗੇ, ਸਾਰੇ ਦਰਾਂ ਦੇ ਵਿੱਚ ਇੱਕ ਪਰਮਾਤਮਾ ਦਾ ਜਿਹੜਾ ਵੱਖਰਾ ਹੀ ਦਰ ਹੈ, ਵੱਖਰਾ ਹੀ ਘਰ ਹੈ। ਉਸ ਦਰ ਘਰ ਨੂੰ ਕਿਵੇਂ ਪ੍ਰਾਪਤ ਕੀਤਾ ਜਾ ਸਕਦਾ ਹੈ? ਸਤਿਗੁਰੂ ਜੀ ਕਹਿੰਦੇ ਉਹਨੂੰ ਪ੍ਰਾਪਤ ਕਰਨ ਦਾ ਤਰੀਕਾ ਹੈ ਕਿ ਆਸਾ ਭੀਤਰ ਰਹੇ ਨਿਰਾਸਾ। ਇਹ ਦੁਨੀਆ ਜਿਹੜੀ ਹਰ ਬੰਦਾ ਆਸ ਤੇ ਜਿਉ ਰਿਹਾ ਹੈ, ਕਿਤੇ ਧਨ ਦੀ, ਕਿਤੇ ਪਦਾਰਥ ਦੀ, ਕਿਤੇ ਰੁਤਬੇ ਦੀ, ਸੰਸਾਰਿਕ ਸੁੱਖਾਂ ਦੀ ਆਸ ਹੈ। ਇਹਦੇ ਵਿੱਚ ਨਿਰਾਸ਼ ਰਹੇ, ਭਾਵ ਰਹੇ ਦੁਨੀਆ ਵਿੱਚ, ਦੁਨੀਆ ਦੀ ਮਾਇਆ ਵੀ ਵਰਤੇ, ਪਰਿਵਾਰ ਵਿੱਚ ਵੀ ਰਹੇ, ਕਾਰੋਬਾਰ ਵੀ ਹੋਵੇ, ਸਭ ਕੁਝ ਹੁੰਦਿਆਂ ਕਾਰੋਬਾਰ ਦਾ ਹੰਕਾਰ ਨਾ ਹੋਏ, ਸਭ ਕੁਝ ਹੁੰਦਿਆਂ ਮਨੁੱਖ ਦੇ ਅੰਦਰ ਕੋਈ ਲਗ ਲਬੇੜ ਨਾ ਹੋਏ। ਜੀਵਤ ਮਰਨ ਦੀ ਉਦਾਹਰਨ ਦਿੰਦੇ ਆ, ਸਤਿਗੁਰੂ ਜੀ ਨੇ ਕਮਲ ਦੀ ਉਦਾਹਰਨ ਦਿੱਤੀ ਹੈ। ਕਮਲ ਪਾਣੀ 'ਚ ਰਹਿੰਦਾ ਹੈ, ਪਾਣੀ 'ਚ ਉਹਨੂੰ ਜੀਵਨ ਮਿਲਦਾ ਹੈ, ਲੇਕਿਨ ਪਾਣੀ ਜਿਹੜਾ ਉਹਨੂੰ ਆਪਣੇ ਵਿੱਚ ਡੋਬ ਨਹੀਂ ਸਕਦਾ। ਪਾਣੀ ਵਿੱਚ ਰਹਿੰਦਿਆਂ ਵੀ ਪਾਣੀ ਤੋਂ ਉਹ ਵੱਖਰਾ ਰਹਿੰਦਾ ਹੈ। ਮੁਰਗਾਬੀ ਪਾਣੀ ਵਿੱਚ ਰਹਿੰਦੀ ਹੈ, ਪਾਣੀ 'ਚ ਰਹਿੰਦਿਆਂ ਵੀ ਪਾਣੀ ਉਹਦੇ ਖੰਭਾਂ ਨੂੰ ਭਿਉਂ ਨਹੀਂ ਸਕਦਾ, ਉਹਨੂੰ ਗਿੱਲਿਆਂ ਨਹੀਂ ਕਰ ਸਕਦਾ, ਉਹਦੇ ਖੰਭ ਅਜਿਹੇ ਨੇ। ਬਸ ਗੁਰਬਾਣੀ ਕਹਿੰਦੀ ਬਿਲਕੁਲ ਏਦਾਂ, ਜੈਸੇ ਜਲ ਮੈਂ ਕਮਲ ਨਿਰਾਲਮ ਮੁਰਗਾਈ ਨਿਸ਼ਾਨੇ। ਜਿਵੇਂ ਕਮਲ ਪਾਣੀ ਵਿੱਚ ਰਹਿੰਦਾ ਹੈ, ਮਨੁੱਖ ਦੁਨੀਆ 'ਚ ਰਹੇ, ਕਿਰਤ ਕਰੇ, ਕੰਮ ਕਰੇ, ਸਭ ਕੁਝ ਕਰਦੇ ਆ, ਦੁਨੀਆ ਦਾ ਕੋਈ ਹਰਕ ਸੁੱਖ ਉਹਨੂੰ ਵਿਆਪੇ ਹੀ ਨਾ। ਜਿਵੇਂ ਮੁਰਗਾਬੀ ਦੇ ਖੰਭਾਂ ਨੂੰ ਪਾਣੀ ਭਿਉਂ ਨਹੀਂ ਸਕਦਾ, ਇਹ ਦੁਨੀਆ ਦੀਆਂ ਗੱਲਾਂ ਬਾਤਾਂ ਮਨੁੱਖ ਤੇ ਅਸਰ ਹੀ ਨਾ ਪਾਉਣ। ਕਿਰਤ ਵੀ ਕਰੇ, ਜ਼ਿੰਮੇਵਾਰ ਵੀ ਹੋਏ, ਪਰ ਸਭ ਕੁਝ ਹੁੰਦੇ ਆ ਹਰਕ ਸੋਗ ਤੋਂ ਰਹਿਤ ਹੋ ਜਾਏ। ਇਹ ਹੈ ਜਿਉਂਦੇ ਮਰਨਾ। ਤੇ ਗੁਰੂ ਸਾਹਿਬ ਜੀ ਕਹਿੰਦੇ ਜੇ ਤੁਸੀਂ ਉਸ ਪਰਮ ਪਿਤਾ ਪ੍ਰਮਾਤਮਾ ਨੂੰ ਪ੍ਰਾਪਤ ਕਰਨਾ ਤੇ ਤੁਹਾਨੂੰ ਜਿਉਂਦੇ ਮਰਨਾ ਪਏਗਾ। ਗੁਰੂ ਕੇ ਬਚਨ ਨੇ, ਜੇ ਪ੍ਰਾਣੀ ਹਉਮੈ ਤਜੀ ਕਰਤਾ ਰਾਮ ਪਛਾਣ, ਕਹੋ ਨਾਨਕ ਉਹ ਮੁਕਤ ਨਰ। ਜਿਸ ਮਨੁੱਖ ਨੇ ਅਹੰਕਾਰ ਛੱਡਤਾ ਉਹ ਜਿਉਂਦਾ ਹੀ ਮੁਕਤ ਹੈ। ਜਿਸ ਮਨੁੱਖ ਦੇ ਮਨ ਚੋਂ ਹਰਕ ਸੁਖ ਮਿਟ ਗਿਆ ਉਹ ਤੇ ਜਿਉਂਦਾ ਹੀ ਮੁਕਤ ਹੈ। ਦੁਨੀਆ ਆ ਸਰੀਰ ਛੱਡਣ ਤੋਂ ਬਾਅਦ ਮੁਕਤੀ ਭਾਲਣ ਦੀ ਗੱਲ ਕਰਦੀ ਹੈ। ਮਨੁੱਖ ਨੂੰ ਧਰਮ ਦੀ ਦੁਨੀਆ 'ਚ ਬਹੁਤ ਗੁੰਮਰਾਹ ਕੀਤਾ ਗਿਆ ਔਰ ਕੀਤਾ ਜਾ ਰਿਹਾ। ਅੱਜ ਵੀ ਅਸੀਂ ਸੋਚਦੇ ਹਾਂ ਕਿ ਮਰਨ ਤੋਂ ਬਾਅਦ ਪਾਠ ਰਖਾ ਦਿਓ ਬਸ ਮੁਕਤੀ ਹੋ ਜਾਏਗੀ। ਮਰਨ ਤੋਂ ਬਾਅਦ ਰਖਾਇਆ ਹੋਇਆ ਪਾਠ ਗਏ ਹੋਏ ਪ੍ਰਾਣੀ ਲਈ ਨਹੀਂ ਹੈ, ਉਹ ਤੇ ਜਿਉਂਦਿਆਂ ਦੇ ਲਈ ਹੈ ਕਿ ਬੈਠ ਕੇ ਬਾਣੀ ਸੁਣੋ, ਤੁਹਾਨੂੰ ਧੀਰਜ ਮਿਲੇ, ਤੁਹਾਨੂੰ ਸੁੱਖ ਮਿਲੇ, ਜ਼ਿੰਦਗੀ ਕਿਵੇਂ ਜਿਉਣੀ ਹੈ, ਕੋਈ ਗਿਆਨ ਪ੍ਰਾਪਤ ਹੈ। ਪਰ ਅਸੀਂ ਸੋਚਿਆ ਕਿ ਪਾਠ ਜਿਹੜਾ ਪ੍ਰਾਣੀ ਚਲਿਆ ਗਿਆ ਉਹਦੇ ਲਈ ਹੈ, ਉਹਦੇ ਲਈ ਅਰਦਾਸ ਕਰਾਂਗੇ, ਉਹਦੇ ਲਈ ਕਿਸੇ ਖਾਸ ਥਾਂ ਤੇ ਉਹਦੀਆਂ ਅਸਥੀਆਂ ਦੇ ਦੇਵਾਂਗੇ, ਉਹਦੇ ਲਈ ਕੋਈ ਖਾਸ ਕਰਮ ਕਰ ਦੇਵਾਂਗੇ ਤੇ ਮੁਕਤ ਹੋ ਜਾਏਗਾ। ਇਹ ਤਾਂ ਕੰਮ ਹੀ ਬੜਾ ਸੌਖਾ ਹੈ। ਇਹੋ ਜਿਹੇ ਸਮੇਂ 'ਚ ਜਿਹਨੂੰ ਕਹਿੰਦੇ ਨੇ ਕਿ ਇਹ ਐਜੂਕੇਸ਼ਨ ਦਾ ਯੁੱਗ ਹੈ, ਇਹੋ ਜਿਹੇ ਸਮੇਂ 'ਚ ਵੀ ਮਨੁੱਖ ਉਦਾਂ ਹੀ ਅੰਧ ਵਿਸ਼ਵਾਸ ਵਿੱਚ ਗੁਜ਼ਰੇ ਆਪਣੀ ਜ਼ਿੰਦਗੀ ਦੇ ਪ੍ਰਤੀ। ਗੁਰਬਾਣੀ ਨੇ ਗਿਆਨ ਦਿੱਤਾ ਕਿ ਜਿਉਂਦੇ ਮੁਕਤ ਹੋਣੇ, ਜਿਉਂਦੇ ਮਰਨੇ। ਜਿਉਂਦੇ ਮਰਨ ਦਾ ਅਰਥ ਹੈ ਕਿ ਵਿਕਾਰਾਂ ਵੱਲੋਂ, ਦੁਨੀਆ ਦੀ ਮੋਹ ਮਾਇਆ ਵੱਲੋਂ ਉੱਚੇ ਉੱਠਣਾ ਹੈ। ਸਤਿਗੁਰੂ ਸਾਹਿਬ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਅੱਜ ਦੇ ਮੁੱਖ ਵਾਕ ਰਾਹੀਂ ਉਸ ਪਰਮ ਪਿਤਾ ਵਾਹਿਗੁਰੂ ਜੀ ਵਿੱਚ ਲਿਵਲੀਨ ਹੋਣ ਦੀ ਜੋ ਸਾਨੂੰ ਜੁਗਤ ਦਰਸਾ ਰਹੇ ਨੇ ਕਿ ਜਦੋਂ ਤੁਸੀਂ ਜਿਉਂਦੇ ਮਰ ਜਾਓਗੇ ਗੁਰੂ ਕੇ ਸ਼ਬਦ ਦੇ ਰਾਹੀਂ, ਭਾਵ ਗੁਰੂ ਕੇ ਸ਼ਬਦ ਵਿੱਚ ਸੁਰਤ ਜੋੜ ਕੇ ਆਪਣੇ ਨੇ ਇੰਦਰੀਆਂ ਨੂੰ ਕਾਬੂ ਕਰ ਲਓਗੇ। ਅੱਖਾਂ ਪਰ ਤਨ ਪਰ ਰੂਪ ਨੂੰ ਦੇਖਣੋਂ ਬੰਦ ਹੋ ਜਾਣਗੀਆਂ। ਕੰਨ ਚੁਗਲੀ ਨਿੰਦਾ ਵੱਲੋਂ ਹਟ ਕੇ ਹਰਜਸ ਸਰਵਣ ਕਰਨ ਲੱਗ ਪੈਣਗੇ। ਜਿਹਵਾ ਹਰਜਸ ਗਾਇਨ ਕਰਨ ਲੱਗ ਜਾਏਗੀ। ਉਦੋਂ ਹੀ ਤੁਸੀਂ ਸਮਝੋ ਜਿਉਂਦੇ ਮਰ ਗਏ, ਵਿਕਾਰਾਂ ਤੋਂ ਅਛੋ ਹੋ ਗਏ, ਤੁਸੀਂ ਜਿਉਂਦੇ ਹੀ ਪ੍ਰਮਾਤਮਾ 'ਚ ਵਿਲੀਨ ਹੋ ਜਾਓਗੇ। ਸਤਿਗੁਰੂ ਜੀ ਜੋ ਰਹਿਮਤ ਇਸ ਮੁੱਖ ਵਾਕ ਰਾਹੀਂ ਕਰ ਰਹੇ ਨੇ, ਆਓ ਆਪਾਂ ਮਿਲ ਕੇ ਗੁਰੂ ਕੇ ਇਸ ਪਾਵਨ ਮੁੱਖ ਵਾਕ ਦੀ ਵਿਚਾਰ ਸਾਂਝੀ ਕਰੀਏ, ਗੁਰੂ ਪਿਆਰ 'ਚ ਜੁੜਦੇ ਹਾਂ। ਮੁੱਖ ਤੋਂ ਸਾਰੇ ਹੀ ਉਚਾਰਨ ਕਰੀਏ ਜੀ, ਸਤਨਾਮ ਸ਼੍ਰੀ ਵਾਹਿਗੁਰੂ ਜੀ। ਬਸੰਤ ਮਹਿਲਾ ਤੀਜਾ, ਨਾਮ ਰਤੇ ਕੁਲਾਂ ਕਾ ਕਰਹਿ ਉਧਾਰ। ਧੰਨ ਗੁਰੂ ਅਮਰਦਾਸ ਜੀ ਦੇ ਇਹ ਪਵਿੱਤਰ ਬਚਨ
बसंत राग विच गुरु ग्रंथ साहिब जी के पावन अंक 1174 ते अंकित ने। पवित्र मुखवाक विच सतगुरु जी ने जो केंद्री बचन बख्शिश किए उत्थे कह रहे हैं कि जीवत मरै मर मरण सुवारै। जिहड़ा मनुख जीउंदा मर जांदा है, मन की मत वल्लों मरना, विकारां वल्लों मरना, दुनिया की मोह माया वल्लों मरना। जिहड़ा जीउंदा मर जांदा है, मर मरण सुवारै, वो जीउंदे मर के हंकार वल्लों मोह माया ममता वल्लों मर के अपने होण वाले मरण नूं सवार लैंदा है। गुरु का एक अमृत बचन क्या जाना कि मरेंगे कैसा मरना होए। सानू कोई पता नहीं साडा अंतला समा किहो जिहा होना है, किसी नूं कोई पता नहीं है। पर गुरु साहब जी ने एक गल की, जेकर साहिब मनु ना विसरै सहला मरना होए। जे साडे अंदर परमात्मा दा प्यार होवे ते साडा वो मरण सुहेला हो सकता है। सुहेला ही नहीं, सतगुरु जी कहते जे आपां गुरु के हुक्म नूं पछाण लईए तां सद जीवन होए, फिर मौत तां नेड़े ही नहीं आएगी, फिर सानू सदीवी जीवन मिल जाएगा। यह शरीर जिंदगी नहीं है, शरीर तो एक साधन है। शरीर के अंदर कुछ है जिहड़ा जीवन असीं प्राप्त करना सी। जिवें कोई दरख्त लगाउने आपां, दरख्त लगाया, दरख्त लग्या वड्डा होया, उन्होंने फल कोई नहीं लग्या, आपां कहने ते मर गया। उन्होंने फल कोई नहीं लग्या, वो मर गया, अफल चलिया गया। पर जे दरख्त लगे है, उन्होंने फल लग गया, फुल लगे, फल लग्या, आप कहने असफल हो गया लगाउणा। मनुखा जिंदगी मिली है, मनुखा जिंदगी के अंदर जे साडे अंदर कोई रब्बी गुण नहीं, दया नहीं, प्यार नहीं, संतोख नहीं, दया नहीं, समझो मनुख जीउंदा ही मर गया। गुरबाणी कहती है कि बहुत सारे लोग जिहड़े जीउंदे मरे हुए ने, वो मरण तो पहला मरे हुए ने। जमीर मर गई उन्होंने अंदरों, इंसानियत मर गई उन्होंने अंदरों। जदों मनुख दे अंदर इंसानियत पैदा हो जाए, वह तो मरण तो बाद भी जीउंदा रहिंदा है। बहुत सारे वो महान लोग ने जिन्होंने जिहड़े इस धरती तो शरीरक तौर पर बहुत चिर पहला चले गए ने, लेकिन अज भी वो जीउंदे ने। उन्होंने याद करके असी जीवन जाच सीखते हैं। कई जीउंदे ने जिहड़े शरीरक तौर पर उन्होंने दे नेड़े नहीं ढुकना चाहते, असी उन्हों की गल नहीं सुनना चाहते, उन्हों का नाम नहीं सुनना चाहते। उन्होंने तुसी जीउंदे कहोगे? जिहदे नेड़े नहीं कोई बैठना चाहता, जिहदी गल नहीं कोई सुनना चाहता, उन्होंने तुसी जीउंदे कहोगे? जीउंदे ते वो ने जिहड़े शरीर करके भावें संसार विच नहीं, पर उन्हां दियां अज भी गल्लां सुन के असी जीवन माणदे हां, जीउण दा ढंग सिखदे। ये है जीउणा। सतगुरु जी कहंदे ने कि जे किते जीउंदे मर जाइए, भाव मोह माया ममता तो, औगणा तो, विकारां तो, हौमे तो असी मुक्त हो जाइए, मर एहो जी मौत दे नाल मरण सवार है। अपनी आउण वाली जिहड़ी जिंदगी नूं असीं सवार सकते हैं। जे जीउंदे मर जाइए, आउण वाली जिंदगी जां आउण वाला मरण जिहड़ा उहनूं असीं सवार सकदे, वो साडा सहिला हो सकदा है। गुर कै शब्द साच उर धार है। जे गुरु के शब्द राई अपने हिरदे विच सच नूं धारण कर लईए। जिउंदे मरण का तरीका है कि गुरु के शब्द नूं अपने हिरदे च धारण कर लिए। गुरबाणी कहंदी शब्द मरो फिर जीवो सद ही, तां फिर मरण ना होई। गुरु के शब्द राई तुसी मर जाओ, भाव गुरु के शब्द दे राई मन की मत त्याग दिओ। गुरु के शब्द राई मन मर्जी करनी बंद कर दिओ। जिउंदे मरण का अर्थ है, भाई गुरदास जी ने एक बचन लिखिया, मुरदा होए मुरीद ना गल्ली होवना, सबर सिदक शहीद भरम पाओ खोवना। गुरु दे दर ते जे मुरीद बनना है, सेवक बनना है, तो मुरदे बनना पैंदा है। मुरदे बनने का अर्थ की है? कोई प्राणी चढ़ाई कर जाए ना, जिन्हों आप कहने मर गया, उसकी पहचान की है कि वह ना देखता है ना सुन सकता है, वो कोई भी एक्शन नहीं कर सकता। उन्होंने जिधर असी कर देवांगे उधर ਨੂੰ हो जाएगा, कोई हिलजुल नहीं करेगा। आप कहने मर गया। जिउंदे मरण का अर्थ है कि अपनी मर्जी नाल नहीं जीउणा। जो मार्ग गुरु ने दे दिता है, ये अखां तां हमेशा भटकदियां ने इधर उधर देखण दे लई, इन्हां नूं रोक लेना, मंद दृष्टि वालों वर्ज लेना, कन्नां नूं मंदी सो वालों वर्ज लेना, जीव नूं माड़े कम्मां वालों रोक लेना। सतगुरु जी कहंदे यह है जीउंदे मरना।
ਇਹ ਭਉ ਸਾਗਰ ਨੂੰ ਪਾਰ ਉਤਰਨ ਦਾ ਤਰੀਕਾ ਹੀ ਇਹ ਹੈ ਕਿ ਬੰਦਾ ਜਿਉਂਦਾ ਮਰ ਜਾਏ, ਪਰ ਜਿਉਂਦੇ ਮਰਨ ਦੀ ਜੁਗਤ ਹੈ ਕਿ ਹਿਰਦੇ ਵਿੱਚ ਗੁਰੂ का शब्द वाजे। गुरु के शब्द साच उर धार है। गुरु के शब्द राही ਜਿਹੜਾ ਮਨੁੱਖ ਵਾਹਿਗੁਰੂ ਜੀ ਦੇ ਨਾਮ ਨੂੰ, ਸਦਾ ਕਾਇਮ ਰਹਿਣ ਵਾਲੇ ਵਾਹਿਗੁਰੂ ਜੀ ਦੇ ਨਾਮ ਨੂੰ ਆਪਣੇ ਹਿਰਦੇ ਵਿੱਚ ਵਸਾ ਲਏ, ਸਤਿਗੁਰੂ ਜੀ ਕਹਿੰਦੇ ਉਹ ਜਿਉਂਦਾ ਮਰ ਜਾਂਦਾ ਹੈ। ਉਹ ਆਪਣੀ ਆਉਣ ਵਾਲੀ ਜ਼ਿੰਦਗੀ ਨੂੰ, ਆਉਣ ਵਾਲੀ ਮੌਤ ਨੂੰ ਸਵਾਰ ਲੈਂਦਾ ਹੈ। ਤੇ ਜਿਹੜਾ ਇਸ ਅਵਸਥਾ ਤੇ ਪਹੁੰਚਦਾ, ਨਾਮ ਰਤੇ ਕੁਲਾਂ ਕਾ ਕਰੇ ਹੈ ਉਧਾਰ, ਜਿਹੜਾ ਵਾਹਿਗੁਰੂ ਜੀ ਦੇ ਨਾਮ ਵਿੱਚ ਰੰਗਿਆ ਹੋਇਆ ਹੈ ਨਾ, ਜੁੜ ਗਿਆ ਜਿਹੜਾ, ਉਹ ਆਪਣੀਆਂ ਕੁਲਾਂ ਦਾ ਉਧਾਰ ਕਰ ਲੈਂਦਾ ਹੈ। ਕੁਲਾਂ ਦਾ ਅਰਥ ਕਿ ਆਪਣੀ ਕੁਲ ਦਾ ਨਾਮ ਵੀ ਉਜਲ ਕਰ ਲੈਂਦਾ। ਕੁਲਾਂ ਦਾ ਉਧਾਰ ਦੇਖੋ, ਜਿੱਥੋਂ ਤੱਕ ਮੁਕਤੀ ਦਾ ਸੰਬੰਧ ਹੈ ਜਾਂ ਰੱਬ ਵਿੱਚ ਲਿਵਲੀਨਤਾ ਦਾ ਸੰਬੰਧ ਹੈ, ਉਹ ਤੇ ਆਪੋ ਆਪਣੇ ਕੀਤੇ ਕਰਮਾਂ ਅਨੁਸਾਰ ਹੀ ਹੋਣਾ ਹੈ। ਉਹ ਤੇ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ। ਕੁਲਾਂ ਕੇ ਉਧਾਰ ਦਾ ਅਰਥ ਹੈ ਕਿ ਜਿਹੜਾ ਵਾਹਿਗੁਰੂ ਜੀ ਦੇ ਪਿਆਰ ਜੁੜਦਾ ਹੈ ਨਾ, ਇੱਕ ਵੀ ਵਿਅਕਤੀ, ਉਹਦੀਆਂ ਕੁਲਾਂ ਦਾ ਨਾਮ ਰੌਸ਼ਨ ਹੋ ਜਾਂਦਾ ਹੈ। ਨਾਨਕ ਸਾਹਿਬ ਜੀ ਜਿਸ ਘਰਾਣੇ 'ਚ ਆਏ, ਉਸ ਘਰਾਣੇ ਨੂੰ ਅੱਜ ਵੀ ਆਪਾਂ ਬੜੇ ਸਤਿਕਾਰ ਦੀਆਂ ਨਜ਼ਰਾਂ ਨਾਲ ਯਾਦ ਕਰਦੇ ਹਾਂ। ਅਨੇਕਾਂ ਮਹਾਂਪੁਰਖ, ਰੱਬੀ ਪਿਆਰੇ, ਪਰਉਪਕਾਰੀ ਜੀਉੜੇ ਜਿਨ੍ਹਾਂ ਘਰਾਂ 'ਚ ਆਏ, ਉਹਨਾਂ ਘਰਾਂ ਨੂੰ, ਉਸ ਘਰ ਦੇ ਜੀਆਂ ਨੂੰ ਅਸੀਂ ਅੱਜ ਵੀ ਸਤਿਕਾਰ ਦਿੰਦੇ ਹਾਂ। ਇਹ ਹੈ ਕੁਲਾਂ ਦਾ ਉਧਾਰ ਹੋ ਜਾਂਦਾ ਹੈ। ਕੁਝ ਉਹ ਲੋਕ ਨੇ ਜਿਹੜੇ ਇਹੋ ਜਿਹੇ ਕਲੰਕਤ ਕੰਮ ਕਰਦੇ ਨੇ, ਨੀਵੇਂ ਕੰਮ ਕਰਦੇ ਨੇ, ਅਸੀਂ ਉਹਨਾਂ ਦੇ ਬਜ਼ੁਰਗਾਂ ਨੂੰ, ਉਹਨਾਂ ਦੀਆਂ ਕੁਲਾਂ ਨੂੰ ਲੈ ਕੇ ਉਹਨਾਂ ਨੂੰ ਮੰਦਾ ਕਹਿੰਦੇ ਕਿ ਕਿਹੋ ਜਿਹੇ ਘਰ 'ਚ ਜੰਮ ਪਿਆ। ਉਹ ਕੁਲਾਂ ਨੂੰ ਡੋਬ ਜਾਂਦੇ ਨੇ ਇਹੋ ਜਿਹੇ ਲੋਕ। ਕੁਲਾਂ ਦੇ ਉਧਾਰ ਦਾ ਅਰਥ ਹੈ ਕਿ ਜਿਹੜੇ ਜ਼ਿੰਦਗੀ ਦੇ ਅੰਦਰ ਮੋਹ ਮਾਇਆ ਤੋਂ ਉੱਚੇ ਉੱਠ ਕੇ ਸਦ ਜੀਵਨ ਨੂੰ ਪ੍ਰਾਪਤ ਹੋ ਜਾਂਦੇ ਨੇ, ਉਹਨਾਂ ਦੀਆਂ ਕੁਲਾਂ ਦਾ ਨਾਮ ਰੌਸ਼ਨ ਹੋ ਜਾਂਦਾ ਹੈ। ਉਹਨਾਂ ਨੂੰ ਲੋਕੀ ਚੇਤੇ ਕਰਦੇ, ਧਨ ਜਨਨੀ ਜਨ ਜਾਇਆ, ਧਨ ਪਿਤਾ ਪ੍ਰਵਾਨ। ਹਰ ਕੋਈ ਉਹਨਾਂ ਨੂੰ ਧਨ ਕਹਿੰਦਾ। ਸਾਚੀ ਬਾਣੀ ਨਾਮ ਪਿਆਰ, ਗੁਰੂ ਕੀ ਸੱਚੀ ਬਾਣੀ ਦੇ ਰਾਹੀਂ ਉਹਨਾਂ ਦਾ ਨਾਮ ਨਾਲ ਪਿਆਰ ਬਣ ਜਾਂਦਾ ਹੈ। ਨਾਮ ਦੇ ਨਾਲ ਸਾਂਝ ਜਦੋਂ ਵੀ ਬਣਨੀ ਹੈ, ਬਾਣੀ ਨਾਲ ਹੀ ਬਣਨੀ ਹੈ, ਵਾਹਿਗੁਰੂ ਜੀ ਦੀ ਸਿਫਤ ਸਲਾਰਾ ਬਣਨੀ ਹੈ। ਨਾਮ ਹਰ ਮਨੁੱਖ ਦੇ ਅੰਦਰ ਹੈ, ਨਾਮ ਸਰਬ ਵਿਆਪਕ ਹੈ। ਨਾਮ ਦੇ ਰਾਹੀਂ ਇਹ ਸਾਰਾ ਸੰਸਾਰ ਸਿਰਜਿਆ ਗਿਆ, ਨਾਮ ਦੇ ਆਸਰੇ ਜਗ ਚੱਲ ਰਿਹਾ ਹੈ। ਗੁਰੂ ਕੀ ਬਾਣੀ ਇਹ ਗੱਲ ਕਹਿੰਦੀ, ਨਾਮ ਕੇ ਧਾਰੇ ਸਗਲੇ ਜੰਤ, ਨਾਮ ਕੇ ਧਾਰੇ ਖੰਡ ਬ੍ਰਹਿਮੰਡ, ਨਾਮ ਕੇ ਧਾਰੇ ਸਿਮਰਤ ਵੇਦ ਪੁਰਾਣ। ਇਹ ਸਭ ਕੁਝ ਨਾਮ ਦੇ ਦੁਆਰਾ ਹੀ ਸਾਜਿਆ ਗਿਆ, ਧਾਰਿਆ ਗਿਆ, ਟਿਕਾਇਆ ਹੋਇਆ। ਉਸ ਨਾਮ ਦੇ ਨਾਲ ਸਾਂਝ ਕਿਵੇਂ ਬਣੇਗੀ? ਦੇਖੋ, ਅਸੀਂ ਗੁਰ ਮੰਤਰ ਜਪਦੇ ਹਾਂ, ਗੁਰੂ ਦਾ ਦਿੱਤਾ ਮੰਤਰ। ਇਹੀ ਨਾਮ ਨਹੀਂ ਹੈ, ਨਾਮ ਤਾਂ ਸਾਡੇ ਅੰਦਰ ਵਸਿਆ ਹੋਇਆ ਹੈ। ਨਾਮ ਸਰਬ ਵਿਆਪਕ ਹੈ। ਗੁਰੂ ਕੀ ਬਾਣੀ ਕਹਿੰਦੀ, ਨੌ ਨਿਧ ਅੰਮ੍ਰਿਤ ਪ੍ਰਭ ਕਾ ਨਾਮ ਦੇਹੀ ਮੈਂ ਇਸਕਾ ਵਿਸਰਾਮ। ਅਸੀਂ ਗੁਰ ਮੰਤਰ ਜਪਣ ਨੂੰ ਹੀ ਨਾਮ ਜਪਣਾ ਕਹਿੰਦੇ ਹਾਂ, ਮੁਬਾਰਕ ਹੈ ਵੀ। ਪਰ ਨਾਮ ਦੇ ਨਾਲ ਜੁੜਨ ਦਾ ਅਰਥ ਹੈ ਕਿ ਜੋ ਸਾਡੇ ਅੰਦਰ ਨਾਮ ਰੱਬੀ ਜੋਤ ਹੈ, ਉਹਦੇ ਨਾਲ ਸਾਡੀ ਸਾਂਝ ਬਣ ਜਾਏ, ਉਹਦੇ ਸਾਡੀ ਸੁਰਤ ਲਿਵਲੀਨ ਹੋ ਜਾਏ। ਉਹ ਤਾਂ ਹੋਵੇਗੀ ਜਦੋਂ ਸਾਚੀ ਬਾਣੀ ਨਾਮ ਪਿਆਰ, ਗੁਰੂ ਦੀ ਸਦਾ ਕਾਇਮ ਰਹਿਣ ਵਾਲੀ ਬਾਣੀ ਦੇ ਨਾਲ ਪਿਆਰ ਕਰਾਂਗੇ, ਉਹਦੇ ਰਾਹੀਂ ਸਾਡਾ ਨਾਮ ਦੇ ਨਾਲ ਪਿਆਰ ਬਣਨਾ ਹੈ। ਸਤਿਗੁਰੂ ਜੀ ਨੇ ਬਚਨ ਕਿ ਇਹ ਬਾਣੀ ਜੋ ਜੀਓ ਜਾਣੇ ਤਿਰ ਅੰਤਿਸ ਅੰਤਰ ਰਵੇ ਹਰ ਨਾਮਾ। ਜਿਹੜਾ ਜੀ ਕਰਕੇ ਬਾਣੀ ਨਾਲ ਜੁੜ ਜਾਏਗਾ, ਉਹਦੇ ਅੰਦਰ ਨਾਮ ਪ੍ਰਗਟ ਹੋਏਗਾ। ਮਨਮੁਖ ਭੂਲੇ ਕਾਹੇ ਆਏ, ਮਨ ਦੀ ਮੱਤ ਮਗਰ ਚੱਲਣ ਵਾਲੇ ਪ੍ਰਾਣੀ ਸਾਰੀ ਜ਼ਿੰਦਗੀ ਭੁੱਲੇ ਹੀ ਰਹਿੰਦੇ ਨੇ। ਸਤਿਗੁਰੂ ਜੀ ਕਹਿੰਦੇ ਪਤਾ ਨਹੀਂ ਉਹ ਧਰਤੀ ਤੇ ਕਦ ਲਈ ਆਏ ਨੇ। ਭਾਵ ਉਹਨਾਂ ਦਾ ਆਉਣਾ ਅਕਾਰਥ ਹੈ। ਜਿਨੀ ਐਸਾ ਹਰ ਨਾਮ ਨ ਚੇਤੇ ਹੋ, ਸਿਕਾਹੇ ਜਗਾਏ ਰਾਮ ਰਾਜੇ। ਇਹ ਮਾਨਸ ਜਨਮ ਦੁਰਲਭ ਹੈ, ਨਾਮ ਬਿਨਾ ਬਿਰਥਾ ਸਭ ਜਾਏ। ਹੁਣ ਵੱਤੇ ਹਰ ਨਾਮ ਨਾ ਬੀਜਿਓ, ਅੱਗੇ ਭੁੱਖਾ ਕਿਆ ਖਾਏ। ਜਿਨ੍ਹਾਂ ਨੇ ਵਾਹਿਗੁਰੂ ਜੀ ਦੇ ਨਾਮ ਨੂੰ ਚੇਤੇ ਨੇ ਕੀਤਾ, ਸਤਿਗੁਰੂ ਜੀ ਕਹਿੰਦੇ ਉਹ ਧਰਤੀ ਤੇ ਆਏ ਕਾਹਦੇ ਲਈ ਨੇ? ਰੋਟੀ ਪਾਣੀ ਖਾਣ ਲਈ ਆਏ ਆਪਾਂ? ਕੋਈ ਖਾਣਾ ਪੀਣਾ ਤੇ ਹੋਰ ਜੂ ਨਵੀਂ ਕਰਦੀਆਂ ਨੇ। ਅਸੀਂ ਕਾਹਦੇ ਲਈ ਆਏ ਹਾਂ? ਕਿ ਦੌਲਤ ਇਕੱਠੀ ਕਰਨ ਲਈ ਆਏ ਹਾਂ? ਦੌਲਤ ਤੇ ਕਦੀ ਨਾਲ ਜਾਂਦੀ ਨਹੀਂ ਹੈ। ਜਿਹੜੀ ਚੀਜ਼ ਨਾਲ ਨਹੀਂ ਜਾਣੀ ਉਹਦੇ ਲਈ ਨਹੀਂ ਆਪਾਂ ਆਏ। ਇਹ ਦੌਲਤ ਗੁਜਰਾਨ ਹੈ ਸਾਡੀ, ਧਰਤੀ ਤੇ ਰਹਿੰਦਿਆਂ ਸਾਨੂੰ ਇਹਦੀ ਲੋੜ ਹੈ, ਇਹਦੇ ਤੋਂ ਬਿਨਾਂ ਜੀਵਨ ਚੱਲਦਾ ਨਹੀਂ ਹੈ। ਪਰ ਇਹਦੇ ਲਈ ਨਹੀਂ ਆਏ, ਇਹ ਸਾਡੇ ਲਈ ਹੈ। ਅਸੀਂ ਇਹਦੇ ਲਈ ਨਹੀਂ ਆਏ। ਆਏ ਤਾਂ ਸੀ ਕਿ ਆਪਾਂ ਜ਼ਿੰਦਗੀ ਦੇ ਅੰਦਰ ਨਾਮ ਨਾਲ ਜੁੜ ਸਕੀਏ। ਪਰ ਸਤਿਗੁਰੂ ਜੀ ਕਹਿੰਦੇ ਜਿਹੜੇ ਨਾਮ ਨਾਲੋਂ ਟੁੱਟ ਗਏ, ਮਨਮੁਖ ਭੂਲੇ ਕਾਹੇ ਆਏ, ਨਾਮੋਹ ਭੂਲੇ ਜਨਮ ਗਵਾਏ। ਮਨ ਦੀ ਮੱਤ ਮਗਰ ਚੱਲਣ ਵਾਲੇ ਪ੍ਰਾਣੀ ਜਿਹੜੇ ਨਾਮ ਨਾਲੋਂ ਟੁੱਟੇ ਹੋਏ ਨੇ, ਭੁੱਲੇ ਹੋਏ ਨੇ,
उन्होंने अपना जीवन ही अकार्थ कर दिता, जन्म गवाए, जीवन बिरथा चलिया गया, काहे आए, उन्हों का तो आना आकार चलिया गया, वो की लैन लिए आए सन धरती दे, भाव वो खाली हाथ चले गए। जीवत मरै मर मरण सवारै, जदों कोई मनुख जीउंदा मर जाता है उदों वो अपनी आने वाली जिंदगी नूं, आने वाली मौत नूं सवार लैंदा है। गुर कै शब्द साच उर धारै, पर जीउंदा को उदों मरदा जदों गुरु के शब्द दे राहीं अपने अंदर सच नूं वसा लैंदा है। भाव सच विच लिवलीन हो जाता है, उहदे अंदरों अहंकार मिट जाता है, विकार मिट जाते हैं, उहदे सारे इंद्रिय परमात्मा के प्यार में जुड़ जाते हैं। साहब जी के बचन के गुरमुख सच भोजन पवित शरीरा, राहो वालियां पंक्तियां तो बाद सतगुरु जी कहते जिहड़े गुरमुख जन ने, रब दे प्यारे ने, जिन्हां ने गुरु की मत नूं ग्रहण कीता है, गुरमुख सच भोजन पवित शरीरा, गुरु की मत दे राहीं उन्होंने सच नूं अपना भोजन बना लिया, सच नूं अपनी जिंदगी का आधार बना लिया। और सच का भोजन जदों करते उन्होंने शरीर पवित्र हो जाता है। भाव के जदों जिंदगी अंदर सच नाल जुड़ते ने, उन्हों का यह शरीर जिहड़ा ना बुराइयां तो रहत हो जाता है। शरीर नहातियां पवित्र नहीं हुंदा। गुरबाणी कहती सुचे ये ना आखीहन बहन जे पिंडा धोए, जिन्ना केवल शरीर नूं धो लिया वो सुचे नहीं है। शरीरक तंदुरुस्ती लिए शरीर नूं साफ सुथरे रखना, इशनान करना जरूरी है, पर केवल शरीरक तौर पर नहा लैण दा अर्थ नहीं कि आपां सुचे हो गए। जे मनुख अंदरों ही मैल है, मन मैले, तो सब कुछ मैला। तन धोते मन हच्छा ना होए। जे मन मैला है तो मनुख मैला ही है। तन धोण नाल कोई शरीर पवित्र नहीं हो जाता। शरीर मैला कादे करके है? वैसे तो शरीर दे विचों बदबू आउंदी रहनी है, शरीर चों पसीना आएगा, होर अनेक तरह की आपां देखते हैं बदबू आउंदी रहिंदी है। लेकिन शरीर पवित्र कदों हुंदा है? शरीर उदों पवित्र हुंदा है जदों साडे इंद्रिय अवगुणां वल्लों हट जांदे ने, जदों साडे अंदर परोपकार की भावना, दया की भावना, निमरता की भावना आ जाती है। आपां देखदे उन्हां लोकां नूं लोकी मत्थे टेकदे ने, उन्हां नूं इस करके लोकी सिर झुकाउंदे ने जां पूजदे ने क्योंकि उन्हां दा शरीर पवित्र हो गया। सेवा करके हथ पवित्र कर लए उन्होंने, अपनी रसना राही वाहिगुरु जी की कीर्ति करके रसना नूं पवित्र कर लिया, कन्ना राही हरजत सरवण करके कन पवित्र कर ले। इस करके उन्हों का शरीर पवित्र हो गया। पर शरीर पवित्र उदों होवेगा जदों उन्हों का भोजन सच का होएगा। भाव उस सच दे नाल सांझ पाउणगे, उन्हों का हर इंद्र ही सच नाल जुड़ जाएगा, उन्हों का शरीर पवित्र हो जाएगा। मन निर्मल सदगुणी गहीरा, उन्हों का मन निर्मल हो जाता है। तो मन करके सदा गुणा का जो समुंदर है ना, गुणा का समुंदर परमात्मा, उहदे नाल सांझ बन जाती है। जदों मन निर्मल हो गया तो वह भी गुणा के समुंदर बन जाते हैं। जिन्हों का मन परमात्मा च जुड़ गया, लिवलीन हो गया, उन्हों की गल इत्थे सतगुरु जी ने की कि मन्ने की गत कही ना जाए। वाहिगुरु जी के प्यार जुड़न वालियां दी जो गत है, अवस्था है, उन्होंने बयान ही नहीं किया जा सकता। वो गुणा के समुंदर बन जाते हैं। जमै मरै ना आवे जाए, वो फिर जमदे मरदे नहीं है। वो आउण जाण दे गेड़ च नहीं पैंदे, वो आउण जाण दे गेड़ तो पूर्ण तौर पर मुक्त हो जाते हैं। सतगुरु साहिब जी कहते बौर ना होए गो फेरा, उन्होंने मुड़ के कोई आउण जाण दा गेड़ नहीं पैंदा। गुर प्रसादी साच समाए, गुरु की कृपा सदका, बख्श सदका वो सच विच समा जाते हैं, सच विच लिवलीन हो जाते हैं। जिंदगी का मनोरथ है सच विच लिवलीन होना। पर सच विच लिवलीन होने दे लई पहला एक समुंदर पार करना पैंदा है। सतगुरु जी ने कहा ना कि भई प्राप्त मानुख दे हुरिया, गोविंद मिलन की एह तेरी वरिया, अवर काज तेरे किते ना काम, मिल साध संगत भाज केवल नाम। ये जिंदगी मिली है गोविंद विच लिवलीन होने लई, गोविंद नूं मिलन दे लई। गोविंद विच लिवलीन होने दे लई एक जरूरी गल है कि सरंजाम लाग भवजल तरन कै, एक भव सागर पार करना पैना है। उस भव सागर नूं पार करन दे आहर च सानूं हुणे लगना पैना। वो भव सागर किहड़ा है? भव सागर है साडे इंद्रियां दा। वो भव सागर की है?
ਸਾਡੀਆਂ ਅੱਖਾਂ ਜਿਹੜੀਆਂ ਨੇ ਇਹ ਹਮੇਸ਼ਾ ਹੀ ਮੈਲੀ ਨਜ਼ਰ ਵਾਲੀਆਂ ਰਹਿੰਦੀਆਂ ਨੇ। ਇਹਨਾਂ ਤੋਂ ਮੁਕਤ ਹੋਣਾ ਇਵੇਂ ਹੈ ਜਿਵੇਂ ਸਮੁੰਦਰ ਨੂੰ ਪਾਰ ਕਰਨਾ ਹੋਏ। ਇਵੇਂ ਕਹਿ ਲਓ ਕਿ ਆਪਣੇ ਇਹਨਾਂ ਇੰਦਰੀਆਂ ਨੂੰ ਕਾਬੂ 'ਚ ਰੱਖਣਾ ਇਵੇਂ ਹੈ ਜਿਵੇਂ ਸਮੁੰਦਰ ਨੂੰ ਪਾਰ ਕਰਨਾ ਹੋਏ। ਸਮੁੰਦਰ ਨੂੰ ਪਾਰ ਕਰਨਾ ਕੋਈ ਸੌਖਾ ਨਹੀਂ ਹੈ। ਬੁਰਾਈਆਂ ਨੂੰ ਜਿੱਤਣਾ ਕੋਈ ਸੌਖਾ ਨਹੀਂ। ਆਪਣੇ ਇਹਨਾਂ ਇੰਦਰੀਆਂ ਨੂੰ ਬੁਰਾਈਆਂ ਵੱਲੋਂ ਰੋਕਣਾ ਕੋਈ ਸੌਖਾ ਨਹੀਂ ਹੈ। ਸਾਰੀ ਜ਼ਿੰਦਗੀ ਕੋਈ ਤਪ ਕਰਦਾ ਰਹੇ ਫਿਰ ਵੀ ਮਨ ਜਿਹੜਾ ਮਾੜੇ ਬੰਨੇ ਹੀ ਜਾਂਦਾ ਹੈ। ਵੱਡੇ ਵੱਡੇ ਤਪਸਵੀਆਂ ਦਾ ਇਤਿਹਾਸ ਪੜ੍ਹ ਲਓ ਤੁਸੀਂ। ਸਾਰੀ ਜ਼ਿੰਦਗੀ ਘਰਾਂ ਤੋਂ ਬਾਹਰ ਕੱਢ ਦਿੱਤੀ ਕਿ ਅਸੀਂ ਮਾਇਆ ਤੋਂ ਨਿਰਲੇਪ ਹਾਂ, ਦੁਨੀਆ ਤੋਂ ਨਿਰਲੇਪ ਹਾਂ। ਪਰ ਜਦੋਂ ਉਹਨਾਂ ਤੇ ਮਾਇਆ ਦਾ ਅਸਰ ਪਿਆ ਤੇ ਇੱਕਦਮ ਉਹਨਾਂ ਦੇ ਸਾਰੇ ਤਪ ਜਿਹੜੇ ਚਕਨਾਚੂਰ ਹੋ ਗਏ। ਬਾਬਾ ਨਾਮਦੇਵ ਸਾਹਿਬ ਜੀ ਨੇ ਕਿਹਾ, ਲੋਭ ਲਹਿਰ ਅਤ ਨੀਜਰ ਬਾਜੇ ਕਾਇਆ ਡੂਬੈ ਕੇਸਵਾ ਸੰਸਾਰ ਸਮੁੰਦੇ ਤਾਰ ਗੋਵਿੰਦੇ ਬਾਹਾਂ ਦੇ ਬਾਪ ਬੈਠਲਾ। ਇਹ ਵਾਹਿਗੁਰੂ ਜੀ ਮੇਰੇ ਅੰਦਰ ਜਿਹੜੀਆਂ ਲੋਭ ਦੀਆਂ ਲਹਿਰਾਂ ਨੇ ਇਹ ਮੇਰੇ ਮਨ ਨੂੰ ਡੋਬ ਰਹੀਆਂ ਨੇ। ਇਹ ਸੰਸਾਰ ਸਮੁੰਦਰ ਦੇ ਵਿੱਚੋਂ ਵਾਹਿਗੁਰੂ ਮੈਨੂੰ ਬਾਹਰ ਕੱਢ ਲਓ। ਸੰਸਾਰ ਸਮੁੰਦਰ ਕੀ ਹੈ? ਇਹ ਵਿਕਾਰਾਂ ਤੋਂ ਬਾਹਰ ਨਿਕਲਣਾ। ਕਾਮ ਕ੍ਰੋਧ ਲੋਭ ਮੋਹ ਉੱਚੇ ਹੰਕਾਰ ਤੋਂ ਉੱਚੇ ਉੱਠਣਾ ਇਵੇਂ ਹੈ ਜਿਵੇਂ ਸਮੁੰਦਰ ਚੋਂ ਬਾਹਰ ਨਿਕਲਣਾ ਹੋਵੇ। ਸਮੁੰਦਰ ਦੀਆਂ ਘੁੰਮਣ ਘੇਰੀਆਂ 'ਚ ਬੰਦਾ ਘਿਰ ਜਾਏ ਨਾ ਤੇ ਸੌਖਾ ਨਹੀਂ ਹੈ ਨਿਕਲਣਾ, ਬੜਾ ਔਖਾ ਹੈ। ਇਸ ਕਰਕੇ ਰੱਬੀ ਪਿਆਰਿਆਂ ਨੇ ਇਸ ਦੁਨੀਆ ਨੂੰ ਸਮੁੰਦਰ ਦੇ ਨਾਲ ਤੁਲਨਾ ਦਿੱਤੀ। ਵੱਡੇ ਵੱਡੇ ਸਿੱਧ ਬਾਬਾ ਨਾਨਕ ਜੀ ਨੂੰ ਕਹਿੰਦੇ, ਸਤਿਗੁਰੂ ਜੀ ਦੁਨੀਆ ਸਾਗਰ ਦੁੱਤਰ ਕਹੀਏ ਕਿਉਂ ਕਰ ਪਾਈਏ ਪਾਰੋ। ਮਹਾਰਾਜ ਇਹ ਤੇ ਦੁਨੀਆ 'ਚ ਰਹਿ ਕੇ ਬੁਰਾਈਆਂ ਤੋਂ ਬਚਣਾ, ਔਗਣਾਂ ਤੋਂ ਬਚਣਾ, ਮੋਹ ਮਾਇਆ ਤੋਂ ਬਚਣਾ ਇਵੇਂ ਹੈ ਜਿਵੇਂ ਸਮੁੰਦਰ ਨੂੰ ਪਾਰ ਕਰਨਾ ਬੜਾ ਔਖਾ ਹੁੰਦਾ ਹੈ ਨਾ। ਇਹ ਕੰਮ ਬੜਾ ਔਖਾ ਹੈ। ਕਮਜ਼ੋਰ ਲੋਕ ਜਨ ਸੇੜੇ ਉਹ ਘਰ ਛੱਡ ਕੇ ਭੱਜ ਗਏ ਕਿ ਘਰ 'ਚ ਰਹਿ ਕੇ ਰੱਬ ਦਾ ਨਾਮ ਨਹੀਂ ਜਪਿਆ ਜਾ ਸਕਦਾ। ਕੰਮ ਕਰਦਿਆਂ ਬੇਈਮਾਨੀ ਤੋਂ ਬਚਿਆ ਹੀ ਨਹੀਂ ਜਾ ਸਕਦਾ। ਦੁਨੀਆ 'ਚ ਰਹਿ ਕੇ ਬੁਰਾਈਆਂ ਤੋਂ ਬਚਿਆ ਹੀ ਨਹੀਂ ਜਾ ਸਕਦਾ। ਔਗਣਾਂ ਤੋਂ ਬਚਿਆ ਹੀ ਨਹੀਂ ਜਾ ਸਕਦਾ। ਇਹ ਤੇ ਇਵੇਂ ਹੈ ਜਿਵੇਂ ਸਮੁੰਦਰ ਨੂੰ ਪਾਰ ਕਰਨਾ ਹੋਏ। ਗੁਰਬਾਣੀ ਕਹਿੰਦੀ ਪਰਮਾਤਮਾ 'ਚ ਲਿਵਲੀਨ ਹੋਣਾ ਹੈ ਉਦੋਂ ਪਹਿਲਾਂ ਸਮੁੰਦਰ ਨੂੰ ਪਾਰ ਕਰਨਾ ਪਵੇਗਾ। ਜਿੱਥੇ ਸਤਿਗੁਰੂ ਜੀ ਨੇ ਕਿ ਜਿਤ ਦਰ ਵਸੇ ਕਵਨ ਦਰ ਕਹੀਏ ਦਰਾਂ ਪੀਤਰ ਦਰ ਕਵਨ ਲਹੈ ਜਿਤ ਦਰ ਕਾਰਨ ਫਿਰਾਂ ਉਦਾਸੀ ਸੋ ਦਰ ਕੋਈ ਆਏ ਕਹਿ ਕਿਨ ਬਿਦ ਸਾਗਰ ਤਰੀਐ ਜੀਵਤਿਆਂ ਕਿਉਂ ਮਰੀਐ। ਉਹ ਪਰਮਾਤਮਾ ਦੇ ਦਰ ਤੱਕ ਪਹੁੰਚਣ ਦੇ ਲਈ ਸਮੁੰਦਰ ਪਾਰ ਕਰਨਾ ਪੈਣਾ। ਉਹ ਸਮੁੰਦਰ ਕਿਵੇਂ ਪਾਰ ਕੀਤਾ ਜਾਏ, ਜਿਉਂਦੇ ਕਿਵੇਂ ਮਰਿਆ ਜਾਏ। ਫਿਰ ਸਤਿਗੁਰੂ ਜੀ ਨੇ ਉਹ ਜੁਗਤ ਦਰਸਾਈ ਹੈ। ਉਹ ਜੁਗਤ ਇਹ ਹੈ ਕਿ ਆਸਾ ਭੀਤਰ ਰਹੇ ਨਿਰਾਸਾ। ਇਹ ਦੁਨੀਆ ਚ ਰਹਿੰਦੇ ਹੋਇਆ ਨਿਰਾਸ਼। ਨਿਰਾਸ਼ ਦਾ ਅਰਥ ਦੁਨੀਆ ਨੂੰ ਛੱਡਣ ਤੋਂ ਨਹੀਂ ਹੈ। ਨਿਰਾਸ਼ ਦਾ ਅਰਥ ਦੁਨੀਆ ਤੋਂ ਵੱਖਰੇ ਹੋਣ ਤੋਂ ਨਹੀਂ ਹੈ। ਨਿਰਾਸ਼ ਦਾ ਅਰਥ ਨਿਰਲੇਪ ਰਹਿਣਾ। ਇੱਕ ਹੁੰਦਾ ਵੱਖਰੇ ਹੋਣਾ, ਇੱਕ ਹੁੰਦਾ ਨਿਆਰੇ ਹੋਣਾ। ਇਹਨਾਂ ਦੋਵਾਂ 'ਚ ਬੜਾ ਫਰਕ ਹੈ। ਨਿਰਲੇਪ ਹੋਣ ਦਾ ਅਰਥ ਕਿ ਰਹਿਣਾ ਦੁਨੀਆ 'ਚ ਪਰ ਰਹਿੰਦੇ ਹੋਇਆ ਦੁਨੀਆ ਦੇ ਔਗਣਾਂ ਦਾ ਕੋਈ ਪ੍ਰਭਾਵ ਨਾ ਪਏ। ਦੁਨੀਆ ਦੇ ਮਗਰ ਨਾ ਚੱਲੇ। ਜ਼ਿੰਦਗੀ ਇਹੋ ਜਿਹੀ ਜਿਉ ਕਿ ਦੁਨੀਆ ਉਹਦੇ ਮਗਰ ਚੱਲੇ। ਜ਼ਿਆਦਾਤਰ ਆਪਾਂ ਦੇਖੋ ਜੀ, ਜੇ ਦੁਨੀਆ 'ਚ ਰਹਿਣਾ ਹੈ ਇਹ ਤਾਂ ਕੰਮ ਕਰਨਾ ਹੀ ਪੈਣਾ। ਆਪਾਂ ਦੁਨੀਆ 'ਚ ਖਚਤ ਹੋ ਗਏ, ਉਦੋਂ ਡੁੱਬ ਗਏ ਆਪਾਂ ਦੁਨੀਆ ਦੇ ਅੰਦਰ। ਪਰ ਜੇ ਆਪਾਂ ਇਹ ਖਿਆਲ ਰੱਖੀਏ ਕਿ ਸਾਨੂੰ ਸਾਡੇ ਸਤਿਗੁਰੂ ਜੀ ਨੇ ਕਿਹਾ ਕਿ ਹੱਕ ਪਰਾਇਆ ਨਾਨਕਾ ਉਸ ਹੋਰ ਉਸ ਗਾਏ, ਕਿਰਤ ਵੀ ਕਰੀਏ ਪਾਇਆ ਹੱਕ ਨਾ ਮਾਰੀਏ, ਤੇ ਇਹ ਹੈ ਨਿਰਾਰੇ ਰਹਿਣਾ, ਵੱਖਰੇ ਰਹਿਣਾ। ਇਹ ਹੈ ਕੰਮ ਜਿਹੜਾ ਇੰਨਾ ਔਖਾ ਜਿਹਨੂੰ ਆਪਾਂ ਕਹਿੰਦੇ ਸਮੁੰਦਰ ਪਾਰ ਕਰਨਾ। ਬੜਾ ਬਿਖਮ ਕੰਮ ਹੈ। ਜ਼ਿੰਦਗੀ 'ਚ ਇਮਾਨਦਾਰ ਹੋਣਾ, ਜ਼ਿੰਦਗੀ 'ਚ ਸੱਚ ਦਾ ਸਾਥ ਦੇਣਾ, ਜ਼ਿੰਦਗੀ ਦੇ ਅੰਦਰ ਸੰਤੋਖ 'ਚ ਰਹਿਣਾ, ਜ਼ਿੰਦਗੀ 'ਚ ਪਰਉਪਕਾਰ ਦੀ ਭਾਵਨਾ ਵਰਤਣੀ। ਇਹ ਹੈ ਸਮੁੰਦਰ ਦੀਆਂ ਲਹਿਰਾਂ ਤੋਂ ਉੱਚੇ ਉੱਠਣਾ। ਸਤਿਗੁਰੂ ਸਾਹਿਬ ਜੀ ਕਹਿੰਦੇ ਨੇ ਜਿਹੜੇ ਵਾਹਿਗੁਰੂ ਜੀ ਦੇ ਪਿਆਰ ਜੁੜ ਗਏ ਉਹਨਾਂ ਦੀ ਜ਼ਿੰਦਗੀ ਤਾਂ ਇਹੋ ਜਿਹੀ ਬਣ ਗਈ ਕਿ ਜੰਮੈ ਮਰੈ ਨਾ ਆਵੈ ਜਾਏ। ਉਹ ਫਿਰ ਜੰਮਦੇ ਮਰਦੇ ਨਹੀਂ ਹੈ। ਹੁਣ ਅਸੀਂ ਲੋਭ ਵਿੱਚ ਪੈ ਕੇ, ਮੋਹ ਵਿੱਚ ਪੈ ਕੇ, ਕ੍ਰੋਧ 'ਚ ਪੈ ਕੇ ਪਤਾ ਨਹੀਂ ਦਿਨ 'ਚ ਕਿੰਨੀ ਵਾਰੀ ਜੰਮਦੇ, ਕਿੰਨੀ ਵਾਰੀ ਮਰਦੇ ਹਾਂ। ਭਾਵ ਕਿੰਨੀਆਂ ਬਿਰਤੀਆਂ ਸਾਡੀਆਂ ਬਦਲਦੀਆਂ ਨੇ। ਕਦੀ ਬੜੇ ਗੁੱਸੇ 'ਚ ਆ ਜਾਂਦੇ ਹਾਂ, ਕਦੀ ਬੜੇ ਲਾਲਚੀ ਜਿਹੇ ਹੋ ਜਾਂਦੇ ਹਾਂ, ਕਦੀ ਬੜੇ ਅਸੀਂ ਪਰਉਪਕਾਰੀ ਜਿਹੇ ਹੋ ਜਾਂਦੇ ਹਾਂ, ਕਦੀ ਆਪਾਂ ਬੜਾ ਪਿਆਰ ਵੀ ਕਰਦੇ ਹਾਂ, ਕਦੀ ਅਸੀਂ ਬੜੀ ਈਰਖਾ ਵੀ ਕਰਦੇ ਹਾਂ, ਕਦੀ ਐਵੇਂ ਹੀ ਆਪਾਂ ਇੱਧਰ ਭਟਕਦੇ ਰਹਿੰਦੇ ਹਾਂ। ਇਹ ਨੇ ਜੂਨਾਂ 'ਚ ਭਟਕਣ ਵਾਲੀ ਗੱਲ ਹੈ। ਕਦੀ ਲੋਭੀ ਬਣ ਗਏ, ਕੁੱਤੇ ਵਰਗੇ ਅਸੀਂ ਬਣ ਗਏ। ਇਸ ਕਰਕੇ ਜਦੋਂ ਕੋਈ ਮਨੁੱਖ ਗੁਰੂ ਕੇ ਸ਼ਬਦ ਨੂੰ ਆਪਣੀ ਜ਼ਿੰਦਗੀ ਦਾ ਆਧਾਰ ਬਣਾ ਲਏ, ਗੁਰੂ ਕੇ ਸ਼ਬਦ ਰਾਹੀਂ ਉਹ ਗੁਣਾਂ ਦੇ ਸਮੁੰਦਰ ਪਰਮਾਤਮਾ ਦੇ ਪਿਆਰ ਜੁੜ ਜਾਏ, ਉਹ ਫਿਰ ਜੰਮਦਾ ਮਰਦਾ ਨਹੀਂ ਹੈ। ਭਾਵ ਉਹਦੀ ਸੁਰਤ ਜਿਹੜੀ ਐਨ ਟਿਕ ਜਾਂਦੀ। ਸਰੀਰ ਜੰਮਣ ਮਰਨ ਦੇ ਗੇੜ 'ਚ ਨਹੀਂ ਹੁੰਦਾ।
ਸਰੀਰ ਤਾਂ ਸਾੜ ਦਿੰਨੇ ਆਪਾਂ, ਉਹਨੇ ਕੀ ਜੰਮਣਾਗਾ। ਉਹ ਤੇ ਮਿੱਟੀ ਮਿੱਟੀ 'ਚ ਮਿਲ ਜਾਂਦੀ, ਪਾਣੀ ਪਾਣੀ 'ਚ ਮਿਲ ਜਾਂਦਾ, ਹਵਾ ਹਵਾ 'ਚ ਮਿਲ ਜਾਂਦੀ ਹੈ, ਅੱਗ ਅੱਗ ਵਿੱਚ ਮਿਲ ਜਾਂਦੀ, ਜੋਤ ਜੋਤ ਵਿੱਚ ਮਿਲ ਜਾਂਦੀ ਹੈ। ਔਰ ਆਤਮਾ ਜੰਮਣ ਮਰਨ ਦੇ ਗੇੜ 'ਚ ਹੈ ਹੀ ਨਹੀਂ ਹੈ। ਆਤਮਾ ਨਹੀਂ ਜੰਮਦੀ ਮਰਦੀ। ਆਤਮਾ ਤੇ ਪ੍ਰਮਾਤਮਾ ਦੀ ਅੰਸ਼ ਹੈ। ਉਹ ਤੇ ਬੱਚਾ ਵੀ ਨਹੀਂ ਹੈ, ਉਹ ਬੁੱਢਾ ਵੀ ਨਹੀਂ ਹੈ, ਉਹ ਤੇ ਜਵਾਨ ਵੀ ਨਹੀਂ ਹੈ, ਉਹ ਤੇ ਇੱਕ ਰਸ ਹੈ ਹਮੇਸ਼ਾ। ਆਤਮਾ ਵੀ ਜੰਮਦੀ ਮਰਦੀ ਨਹੀਂ ਹੈ, ਸਰੀਰ ਵੀ ਜੰਮਦਾ ਮਰਦਾ ਨਹੀਂ ਹੈ। ਸਰੀਰ ਤਾਂ ਮਿੱਟੀ ਹੈ, ਪੰਜਾਂ ਤੱਤਾਂ ਦਾ, ਇਹ ਤੇ ਤੱਤ ਤੱਤ ਸਮਾ ਜਾਣੇ ਨੇ। ਹੁਣ ਜੰਮਦਾ ਮਰਦਾ ਕੀ ਹੈ? ਜੰਮਦੀ ਮਰਦੀ ਸਾਡੀ ਸੁਰਤ ਹੈ, ਸਾਡਾ ਮਨ ਹੈ। ਆਪਾਂ ਦੇਖਦੇ ਹਾਂ ਬੈਠੇ ਬੈਠੇ ਆਪਾਂ ਕਿਹੋ ਜਿਹੇ ਖਿਆਲ ਹਵਾਈ ਮਹੱਲ ਬਣਾਉਣੇ ਸ਼ੁਰੂ ਕਰ ਦਿੰਦੇ। ਕਈ ਤਰ੍ਹਾਂ ਦੇ ਲੈਵਲ ਸਾਡੀ ਜ਼ਿੰਦਗੀ ਅੰਦਰ ਆਉਂਦੇ ਨੇ। ਇਹ ਜੰਮਣ ਮਰਨ, ਇਹ ਭਟਕਣਾ ਹੈ। ਜਦੋਂ ਸਾਡੀ ਸੁਰਤ ਪ੍ਰਮਾਤਮਾ ਦੇ ਪਿਆਰ ਵਿੱਚ ਜੁੜ ਗਈ, ਫਿਰ ਜੰਮੇ ਮਰੇ ਨਾ ਆਵੇ ਜਾਏ ਨਾ। ਫਿਰ ਸਾਡਾ ਕੋਈ ਜੰਮਣ ਕੋਈ ਮਰਨ ਨਹੀਂ, ਕੋਈ ਆਉਂਦਾ ਕੋਈ ਜਾਂਦਾ ਨਹੀਂ। ਐਨ ਇਕਾਗਰ ਹੋ ਜਾਂਦਾ ਹੈ। ਨਿਜ ਘਰ ਮਹਿਲ ਪਾਵੋ ਸੁਖ ਸਹਿਜੇ, ਬੌਰ ਨਾ ਹੋਏ ਗੋ ਫੇਰਾ। ਮਨੁੱਖ ਆਪਣੇ ਨਿਜ ਘਰ ਦਾ ਵਾਸੀ ਬਣ ਜਾਂਦਾ। ਉਹਦਾ ਗੋਫੇਰਾ ਰਥ ਕੇ ਆਉਣ ਜਾਣ ਦਾ ਗੇੜ ਹੀ ਖਤਮ ਹੋ ਜਾਂਦਾ, ਭਟਕਣਾ ਮੁੱਕ ਜਾਂਦੀ ਹੈ। ਗੁਰ ਪ੍ਰਸਾਦੀ ਸਾਚ ਸਮਾਏ, ਗੁਰੂ ਦੀ ਕਿਰਪਾ ਸਦਕਾ ਉਸ ਮਨੁੱਖ ਦੀ ਸੁਰਤ ਸੱਚ ਵਿੱਚ ਸਮਾ ਜਾਂਦੀ ਹੈ, ਪਰਮਾਤਮਾ ਚ ਲਿਵਲੀਨ ਹੋ ਜਾਂਦੀ ਹੈ। ਪਰ ਇਹ ਕਦੋਂ ਹੁੰਦੀ ਹੈ? ਜਦੋਂ ਉਹ ਜਿਉਂਦਾ ਮਰਦਾ ਹੈ। ਪਹਿਲਾਂ ਭਾਵ ਜਿਉਂਦੇ ਜੀ ਵਿਕਾਰਾਂ ਵੱਲੋਂ ਮਰ ਜਾਣਾ, ਬੁਰਾਈਆਂ ਵੱਲੋਂ ਮਰ ਜਾਣਾ। ਜਿਵੇਂ ਕੋਈ ਮੁਰਦਾ ਜਿਹੜਾ ਹੈ ਉਹ ਕੋਈ ਮਨ ਮਰਜ਼ੀ ਨਹੀਂ ਕਰਦਾ, ਇਵੇਂ ਜ਼ਿੰਦਗੀ ਦੇ ਅੰਦਰ ਮਨ ਦੀ ਮਤ ਨੂੰ ਤਿਆਗ ਦੇਣਾ, ਗੁਰੂ ਦੇ ਦੱਸੇ ਮਾਰਗ ਤੇ ਚੱਲਣਾ, ਇਹ ਹੈ ਜਿਉਂਦੇ ਮਰਨਾ। ਸਾਹਿਬ ਕਹਿੰਦੇ ਸਾਚਾ ਸੇਵੋ ਸਾਚ ਪਛਾਣੈ। ਭਾਈ ਜੇਕਰ ਤੁਸੀਂ ਜ਼ਿੰਦਗੀ ਦੇ ਅੰਦਰ ਸੱਚ ਦੀ ਸੇਵਾ ਕਰੋਗੇ, ਸੱਚ ਨਾਲ ਜੁੜੋਗੇ, ਸੱਚ ਦੀ ਕਿਰਤ ਕਰੋਗੇ, ਸੱਚ ਸੁਣੋਗੇ, ਸੱਚ ਦਾ ਸਿਮਰਨ ਕਰੋਗੇ, ਸੱਚ ਦਾ ਸਾਥ ਦਿਓਗੇ, ਤੁਹਾਨੂੰ ਸੱਚ ਲੱਭ ਜਾਏਗਾ। ਦੇਖੋ ਸਾਡਾ ਤੇ ਹਾਲਤ ਹੈ ਕਿ ਕੂੜ ਕੂੜੈ ਨੇਹੋ ਲਗਾ ਵਿਸਰਿਆ ਕਰਤਾਰ। ਸਾਡਾ ਤਾਂ ਮਨ ਜਿਹੜਾ ਹੈ ਉਹ ਕੂੜ ਦੇ ਨਾਲ ਹੀ ਜੁੜਿਆ ਹੋਇਆ। ਝੂਠ ਤੋਂ ਹੀ ਗੱਲ ਸ਼ੁਰੂ ਹੁੰਦੀ। ਅਸੀਂ ਕਹਿੰਦੇ ਝੂਠ ਤੋਂ ਦੁਨੀਆ ਬਿਨਾਂ ਚੱਲ ਹੀ ਨਹੀਂ ਸਕਦੀ ਜੀ, ਝੂਠ ਤੋਂ ਬਿਨਾਂ ਕੰਮ ਨਹੀਂ ਚੱਲ ਸਕਦੇ। ਅਸੀਂ ਇੱਕ ਧਾਰਨਾ ਬਣਾ ਲਈ ਕਿ ਝੂਠ ਤੋਂ ਬਿਨਾਂ ਤੇ ਜ਼ਿੰਦਗੀ ਨਹੀਂ ਚੱਲ ਸਕਦੀ, ਝੂਠ ਤੋਂ ਬਿਨਾਂ ਰਾਜਨੀਤੀ ਨਹੀਂ ਚੱਲ ਸਕਦੀ। ਹਰ ਕੰਮ ਜੋ ਅਸੀਂ ਕਰਦੇ ਹਾਂ ਉਹਦਾ ਫਲ ਤਾਂ ਸੁੱਖ ਹੋਣਾ ਚਾਹੀਦਾ ਕਿ ਜੇ ਮੈਨੂੰ ਕੋਈ ਰੁਤਬਾ ਮਿਲਿਆ ਤਾਂ ਮੈਂ ਬੜਾ ਸੁਖੀ ਹੋ ਜਾਵਾਂ, ਮੇਰੀ ਭਟਕਣਾ ਮੁੱਕ ਜਾਏ। ਜੇ ਮੇਰੇ ਕੋਲ ਕੋਈ ਪਦਾਰਥ ਆ ਗਿਆ ਮੈਂ ਸੁਖੀ ਹੋ ਜਾਵਾਂ, ਜੇ ਮੈਨੂੰ ਕੋਈ ਰਿਸ਼ਤੇਦਾਰੀਆਂ ਮਿਲ ਗਈਆਂ ਮੈਂ ਸੁਖੀ ਹੋ ਜਾਵਾਂ। ਪਰ ਜਿਉਂ-ਜਿਉਂ ਪਦਾਰਥ ਹੁੰਦਾ ਦੁੱਖ ਵੱਧਦੇ ਹੀ ਚਲੇ ਜਾਂਦੇ ਨੇ, ਜਿਉਂ-ਜਿਉਂ ਰੁਤਬੇ ਆਉਂਦੇ ਭਟਕਣਾ ਵੱਧਦੀ ਚਲੀ ਜਾਂਦੀ ਹੈ। ਇਹਦਾ ਮਤਲਬ ਇਹ ਹੈ ਕਿ ਜੋ ਕੁਝ ਅਸੀਂ ਕਰ ਰਹੇ ਹਾਂ ਉਹ ਸਾਡੇ ਸੁੱਖਾਂ ਦਾ ਸਾਧਨ ਨਹੀਂ ਹੈ। ਇਹ ਰੁਤਬੇ ਮਾੜੇ ਨਹੀਂ ਹੈ, ਪਦਾਰਥ ਮਾੜੇ ਨਹੀਂ ਹੈ, ਪਰ ਇਹਨਾਂ ਨੂੰ ਜਿਸ ਤਰੀਕੇ ਨਾਲ ਅਸੀਂ ਕਮਾ ਰਹੇ ਹਾਂ ਨਾ ਉਹ ਢੰਗ ਤਰੀਕਾ ਮਾੜਾ ਹੈ। ਮਿਹਨਤ ਕਰਕੇ ਕੋਈ ਅੱਗੇ ਵਧੇ ਉਹਦਾ ਅਧਿਕਾਰ। ਹਰ ਮਨੁੱਖ ਨੂੰ ਅੱਗੇ ਵਧਣਾ ਚਾਹੀਦਾ ਹੈ। ਹਰ ਮਨੁੱਖ ਦੇ ਅੰਦਰ ਪ੍ਰਮਾਤਮਾ ਨੇ ਇਹ ਸਮਰੱਥਾ ਰੱਖੀ ਹੈ, ਇਹ ਭੁੱਖ ਰੱਖੀ ਹੈ ਕਿ ਮਨੁੱਖ ਨੇ ਉੱਚੇ ਉੱਠਣਾ, ਸੰਸਾਰਕ ਤੌਰ ਤੇ ਵੀ ਤੇ ਆਚਾਰ ਦੇ ਤੌਰ ਤੇ ਵੀ ਉੱਚੇ ਉੱਠਣਾ। ਸੰਸਾਰ ਦੇ ਤੌਰ ਤੇ ਮਨੁੱਖ ਉੱਚੇ ਉੱਠਣ ਦੇ ਲਈ ਆਚਾਰ ਨੂੰ ਕੁਰਬਾਨ ਕਰ ਦਿੰਦਾ ਹੈ। ਦੁਨੀਆ ਕਾਰਨ ਦੀਨ ਗਵਾਇਆ, ਦੁਨੀਆ ਦੀ ਖਾਤਰ ਆਪਣਾ ਦੀਨ ਛਿੱਕੇ ਤੇ ਟੰਗ ਦਿੰਦਾ ਹੈ ਕਿ ਪੈਸਾ ਚਾਹੀਦਾ, ਚੱਲ ਬੇਈਮਾਨੀ ਨਾ ਹੁੰਦਾ ਹੁਣ ਦਿਓ, ਪੈਸਾ ਹੀ ਸਭ ਕੁਝ ਸਮਝ ਬੈਠਦਾ ਹੈ। ਪੈਸਾ ਸਭ ਕੁਝ ਨਹੀਂ ਹੈ, ਜਾਂ ਜ਼ਿੰਦਗੀ ਪੈਸੇ ਲਈ ਨਹੀਂ ਹੈ, ਜਾਂ ਇਹ ਕੰਮ ਪੈਸੇ ਲਈ ਨਹੀਂ ਹੈ। ਕੰਮ ਤਾਂ ਇਸ ਲਈ ਕਿ ਅਸੀਂ ਕੰਮ ਕਰਾਂਗੇ ਪੈਸਾ ਤਾਂ ਆਏਗਾ, ਪਰ ਕੰਮ ਦੇ ਨਾਲ ਸਾਡੇ ਅੰਦਰ ਕੋਈ ਕਿਰਦਾਰ ਵੀ ਕਾਇਮ ਹੋਏ, ਸਾਡੀ ਕੋਈ ਸ਼ਖਸੀਅਤ ਕਾਇਮ ਹੋਏ। ਜੋ ਵੀ ਕੰਮ ਅਸੀਂ ਕਰਦੇ ਹਾਂ ਉਹ ਕੰਮ ਸਾਡੇ ਅੰਦਰ ਕੋਈ ਉਸਾਰੀ ਕਰਦਾ ਹੈ। ਉਹ ਕੰਮ ਬੀਜ ਵਾਂਗੂ ਹੈ, ਹਰ ਕੰਮ ਬੀਜ ਵਾਂਗੂ ਹੈ। ਜਿਵੇਂ ਬੀਜ ਬੀਜਾਂਗੇ ਉਹ ਤੇ ਉਗਣਾ ਹੀ ਹੈ। ਜੋ ਵੀ ਕੰਮ ਅਸੀਂ ਕਰਦੇ ਭਾਵੇਂ ਉਹ ਭਲਾ ਹੈ ਭਾਵੇਂ ਉਹ ਬੁਰਾ ਹੈ, ਉਹ ਤੇ ਬੀਜ ਨੇ ਸਾਡੇ ਅੰਦਰ ਉਗਣਾ ਹੀ ਹੈ। ਜੇ ਬੁਰੇ ਬੀਜ ਬੀਜਾਂਗੇ ਤੇ ਜ਼ਿੰਦਗੀ ਦੇ ਅੰਦਰ ਕਦੀ ਸਾਨੂੰ ਸੁੱਖ ਨਹੀਂ ਮਿਲੇਗਾ। ਅਸੀਂ ਬਾਹਰੀ ਤੌਰ ਤੇ ਪਦਾਰਥਾਂ ਇਕੱਠੇ ਕਰ ਲਵਾਂਗੇ, ਬਾਹਰੀ ਤੌਰ ਤੇ ਧਨਵਾਨ ਵੀ ਹੋ ਜਾਵਾਂਗੇ, ਬਾਹਰੀ ਤੌਰ ਤੇ ਰੁਤਬੇ ਵੀ ਚਲੇ ਮਿਲ ਜਾਣਗੇ, ਪਰ ਸੁੱਖ ਨਹੀਂ ਮਿਲੇਗਾ। ਸੁੱਖ ਨਾ ਹੀ ਬਹੁਤੇ ਧਨ ਘਾਟੇ, ਸੁੱਖ ਨਾ ਹੀ ਪੇਖੇ ਨਿਰਤ ਨਾਟੇ। ਸਤਿਗੁਰੂ ਜੀ ਕਹਿੰਦੇ ਧਨ ਖਟਿਆਂ ਸੁੱਖ ਨਹੀਂ ਮਿਲਦਾ। ਕਈ ਵਾਰ ਆਪਾਂ ਦੇਖਦੇ ਹਾਂ ਬਹੁਤ ਸਾਰੇ ਲੋਕ ਨੇ ਜਿਨ੍ਹਾਂ ਦੇ ਕੋਲ ਬਹੁਤ ਕੁਝ ਹੈ, ਪਦਾਰਥ ਬੜੇ ਨੇ, ਸੁੱਖ ਸਹੂਲਤਾਂ ਬੜੀਆਂ ਨੇ, ਪਰ ਜੇ ਤੁਸੀਂ ਕਹੋ ਨਾ ਕਿ ਉਹਨਾਂ ਦੀ ਜ਼ਿੰਦਗੀ 'ਚ ਖੁਸ਼ਹਾਲੀ ਲੱਭ ਜਾਏ ਜਾਂ ਉਹਨਾਂ ਦੇ ਚਿਹਰੇ ਤੇ ਕੋਈ ਰੌਣਕ ਮਿਲ ਜਾਏ, ਉਹ ਤੁਹਾਨੂੰ ਨਹੀਂ ਮਿਲੇਗੀ।
ਤੇ ਬਹੁਤ ਸਾਰੇ ਲੋਕ ਨੇ ਜਿਨ੍ਹਾਂ ਕੋਲ ਬਾਹਰਲੇ ਪਦਾਰਥ ਨਹੀਂ, ਝੁੱਗੀਆਂ 'ਚ ਰਹਿੰਦੇ ਪਰ ਹਸਮੁਖ ਨੇ, ਚਿਹਰਿਆਂ ਤੋਂ ਉਹਨਾਂ ਦੇ ਹਮੇਸ਼ਾ ਸਮਾਈਲ ਦੇਖੋਗੇ, ਤੁਸੀਂ ਖੁਸ਼ੀਆਂ ਦੇਖੋਗੇ, ਬੇਪਰਵਾਹੀ ਦੇਖੋਗੇ। ਉਹ ਬੇਪਰਵਾਹੀ ਅਸਲੀ ਧਨ ਹੈ ਸਾਡਾ ਜ਼ਿੰਦਗੀ ਦਾ, ਬੇਪਰਵਾਹ ਹੋ ਜਾਣਾ। ਇਸ ਕਰਕੇ ਸਤਿਗੁਰੂ ਸਾਹਿਬ ਜੀ ਕਹਿੰਦੇ ਨੇ, ਜਿਨ੍ਹਾਂ ਨੇ ਗੁਰੂ ਦੀ ਕਿਰਪਾ ਸਦਕਾ ਸ਼ਬਦ ਨਾਲ ਸਾਂਝ ਪਾ ਲਈ, ਸੱਚ ਦੀ ਸੇਵਾ 'ਚ ਜੁਟ ਗਏ, ਸੱਚ ਬੋਲਦੇ ਨੇ, ਸੱਚ ਦੇਖਦੇ ਨੇ, ਸੱਚ ਕਮਾਉਂਦੇ ਨੇ, ਉਹ ਤੇ ਸਾਰੇ ਥਾਵਾਂ ਤੋਂ ਸੱਚ ਨੂੰ ਹੀ ਦੇਖ ਲੈਂਦੇ ਨੇ। ਉਹਨਾਂ ਨੂੰ ਹਰ ਹਿਰਦੇ 'ਚੋਂ, ਹਰ ਸਥਾਨ ਤੋਂ ਸੱਚ ਨਜ਼ਰ ਆਉਂਦਾ ਹੈ। ਉਹ ਰੱਬ ਨੂੰ ਲੱਭਣ ਲਈ ਕਿਤੇ ਬਾਹਰ ਨਹੀਂ ਜਾਂਦੇ, ਉਹ ਤੇ ਜਿੱਧਰ ਦੇਖਦੇ ਨੇ ਹਰ ਥਾਂ ਤੇ ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ। ਉਹਨਾਂ ਨੂੰ ਗੋਬਿੰਦ ਤੋਂ ਬਿਨਾਂ ਕੁਝ ਵੀ ਨਜ਼ਰ ਨਹੀਂ ਆਉਂਦਾ, ਸਾਰੇ ਥਾਵਾਂ ਤੇ ਪ੍ਰਮਾਤਮਾ ਨਜ਼ਰ ਆਉਂਦਾ ਹੈ। ਗੁਰ ਕੈ ਸ਼ਬਦ ਹਰ ਦਰ ਨਿਸ਼ਾਨ ਹੈ। ਤੇ ਗੁਰੂ ਕੇ ਸ਼ਬਦ ਨਾਲ ਜੁੜੇ ਹੋਣ ਕਰਕੇ, ਗੁਰੂ ਕੇ ਸ਼ਬਦ ਸਦਕਾ ਵਾਹਿਗੁਰੂ ਜੀ ਦੇ ਦਰ ਤੇ ਉਹਨਾਂ ਨੂੰ ਪ੍ਰਵਾਨ ਕੀਤਾ। ਨਿਸ਼ਾਨ ਦਾ ਅਰਥ ਹੁੰਦਾ ਹੈ ਨਿਸ਼ਾਨੀ ਮਿਲ ਜਾਣੀ। ਆਪਾਂ ਆਮ ਨਿਸ਼ਾਨ ਸਾਹਿਬ ਕਹਿੰਦੇ, ਨਿਸ਼ਾਨੀ, ਪ੍ਰਤੀਕ ਕਿਸੇ ਚੀਜ਼ ਦੀ। ਵਾਹਿਗੁਰੂ ਜੀ ਦੇ ਦਰ ਤੇ ਉਹਨਾਂ ਨੂੰ ਵਡਿਆਈ ਮਿਲਦੀ ਹੈ। ਵਾਹਿਗੁਰੂ ਜੀ ਦੇ ਦਰ ਤੇ ਉਹ ਪ੍ਰਵਾਨ ਹੋ ਜਾਂਦੇ ਨੇ, ਜਿਹੜੇ ਗੁਰੂ ਕੇ ਸ਼ਬਦ ਦੇ ਰਾਹੀਂ ਸੱਚ ਨਾਲ ਜੁੜ ਜਾਂਦੇ ਹਨ। ਦਰ ਸੱਚ ਹੈ, ਸੱਚ ਸੋਭਾ ਹੋਏ। ਉਹ ਪ੍ਰਮਾਤਮਾ ਦਾ ਅਸਥਾਨ, ਦਰ ਜਿਹੜਾ ਸਦਾ ਕਾਇਮ ਰਹਿਣ ਵਾਲਾ ਹੈ, ਉਸ ਵਾਹਿਗੁਰੂ ਜੀ ਦੇ ਦਰ ਤੇ ਉਹਨਾਂ ਦੀ ਸਦਾ ਸੋਭਾ ਹੁੰਦੀ ਹੈ। ਭਾਵ ਵਾਹਿਗੁਰੂ ਜੀ ਦੀਆਂ ਨਜ਼ਰਾਂ 'ਚੋਂ ਪ੍ਰਵਾਨ ਹੋ ਜਾਂਦੇ ਨੇ। ਚੱਲਿਆ ਪਤ ਸਿਓ ਜਨਮ ਸਵਾਰ, ਵਾਜਾ ਵਾਹੇ ਸੀ, ਮਾਨਸ ਕਿਆ ਵਿਚਾਰਾ ਤਿਹੁ ਲੋਕ ਸੁਣਾਏ ਸੀ। ਅਸੀਂ ਦੁਨੀਆ ਦੇ ਰੁਤਬੇ, ਧਨ ਦੌਲਤ ਨੂੰ ਪ੍ਰਾਪਤ ਕਰਨ ਲਈ ਇਸ ਕਰਕੇ ਯਤਨਸ਼ੀਲ ਹਾਂ ਕਿ ਰੁਤਬੇ ਨਾਲ ਵਡਿਆਈ ਬਣਦੀ ਹੈ, ਦੌਲਤ ਨਾਲ ਵਡਿਆਈ ਬਣਦੀ ਹੈ। ਦੌਲਤ ਰੁਤਬੇ ਦੀ ਆਪਣੀ ਅਹਿਮੀਅਤ ਹੈ, ਜ਼ਿੰਦਗੀ 'ਚ ਹੋਣਾ ਮਾੜੀ ਗੱਲ ਨਹੀਂ ਹੈ, ਜ਼ਰੂਰੀ ਨੇ, ਲੇਕਿਨ ਵਡਿਆਈ ਰੁਤਬਿਆਂ ਨਾਲ ਨਹੀਂ ਬਣਦੀ, ਵਡਿਆਈ ਦੌਲਤ ਨਾਲ ਨਹੀਂ ਬਣਦੀ। ਕਈ ਵਾਰੀ ਰੁਤਬਿਆਂ ਤੇ ਬੈਠੇ ਬੰਦੇ ਜਿਹੜੇ ਨੇ ਉਹ ਲੋਕਾਂ ਦੀਆਂ ਲਾਹਨਤਾਂ ਹੀ ਲਈ ਚਲੇ ਜਾਂਦੇ ਨੇ, ਉਹਨਾਂ ਨੂੰ ਕੋਈ ਵਡਿਆਈ ਨਹੀਂ ਦਿੰਦਾ। ਬਹੁਤ ਸਾਰੇ ਲੋਕ ਨੇ ਜਿਨ੍ਹਾਂ ਕੋਲ ਕੋਈ ਰੁਤਬਾ ਨਹੀਂ ਹੈ, ਦੁਨੀਆ ਉਹਨਾਂ ਨੂੰ ਦੇਖਣ ਲਈ ਤਰਸਦੀ ਹੈ, ਦੁਨੀਆ ਉਹਨਾਂ ਨੂੰ ਬੜੇ ਸਨਮਾਨ ਨਾਲ ਚੇਤੇ ਕਰਦੀ, ਉਹਨਾਂ ਦੇ ਪ੍ਰਤੀ ਬੜੇ ਵਧੀਆ ਸ਼ਬਦ ਉਚਾਰਦੀ ਹੈ। ਤੇ ਬਹੁਤ ਸਾਰੇ ਉਹ ਲੋਕ ਨੇ ਜਿਹੜੇ ਵੱਡੇ ਵੱਡੇ ਰੁਤਬਿਆਂ ਤੇ ਬੈਠੇ ਨੇ, ਦੁਨੀਆ ਉਹਨਾਂ ਦੇ ਪ੍ਰਤੀ ਇਹੋ ਜਿਹੇ ਲਫ਼ਜ਼ ਉਚਾਰਦੀ ਹੈ ਕਿ ਆਪਾਂ ਦੇਖਦੇ ਬੜੇ ਹੀ ਹੀਣੇ ਲਫ਼ਜ਼ ਹੁੰਦੇ ਨੇ। ਸਾਡੇ ਆਲੇ ਦੁਆਲੇ ਕੀ ਹੋ ਰਿਹਾ, ਵੱਡੇ ਵੱਡੇ ਰੁਤਬਿਆਂ ਵਾਲਿਆਂ ਦੇ ਪ੍ਰਤੀ ਕੀ ਕੁਝ ਕਿਹਾ ਜਾ ਰਿਹਾ। ਇਸ ਕਰਕੇ ਵਡਿਆਈ ਜਿਹੜੀ ਹੈ ਉਹ ਰੁਤਬੇ ਨਾਲ ਨਹੀਂ, ਰੁਤਬਾ ਮਾੜਾ ਨਹੀਂ ਹੈ। ਜਦੋਂ ਅਸੀਂ ਰੁਤਬੇ ਦੇ ਹਾਣੀ ਬਣ ਜਾਵਾਂਗੇ, ਰੁਤਬੇ ਦੇ ਯੋਗ ਹੋ ਜਾਵਾਂਗੇ, ਫਿਰ ਰੁਤਬਾ ਵੀ ਵਡਿਆਈ ਦਾ ਕਾਰਨ ਬਣੇਗਾ। ਪਰ ਜੇ ਆਪਾਂ ਰੁਤਬੇ ਤੇ ਅਯੋਗ ਤਰੀਕੇ ਨਾਲ ਬੈਠ ਕੇ ਉਹਦੇ ਹਾਣੀ ਨਾ ਬਣ ਸਕੇ, ਅਸੀਂ ਤੇ ਰੁਤਬੇ ਦੀ ਵਡਿਆਈ ਨੂੰ ਵੀ ਖਤਮ ਕਰ ਦਿੰਦੇ ਹਾਂ। ਔਰ ਆਪਾਂ ਦੇਖਦੇ ਅਯੋਗ ਤਰੀਕਿਆਂ ਨਾਲ ਵੱਡੇ ਰੁਤਬਿਆਂ ਤੇ ਬੈਠ ਕੇ ਕਈ ਲੋਕ ਵੱਡੇ ਵੱਡੇ ਰੁਤਬਿਆਂ ਦੀ ਜਿਹੜੀ ਵਡਿਆਈ ਹੁੰਦੀ ਉਹਨੂੰ ਨੀਵਿਆਂ ਕਰ ਦਿੰਦੇ ਨੇ, ਉਹਦੇ ਪ੍ਰਤੀ ਲੋਕਾਂ ਦੀ ਘਿਰਣਾ ਬਣ ਜਾਂਦੀ ਹੈ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਦਰ ਸਾਚੇ, ਸੱਚ ਸੋਭਾ ਹੋਏ। ਜਿਹੜੇ ਵਾਹਿਗੁਰੂ ਜੀ ਦੇ ਦਰ ਤੇ ਪ੍ਰਵਾਨ ਹੋ ਜਾਂਦੇ ਨੇ, ਉਹਨਾਂ ਦੀ ਸੋਭਾ ਸੱਚੀ ਹੋ ਜਾਂਦੀ ਹੈ। ਵਾਹਿਗੁਰੂ ਜੀ ਦੇ ਦਰ ਤੇ ਪ੍ਰਵਾਨ ਹੋਣ ਦਾ ਅਰਥ ਹੈ ਕਿ ਗੁਰੂ ਕੇ ਸ਼ਬਦ ਰਾਹੀਂ ਜਿਹੜੇ ਵਿਕਾਰਾਂ ਵੱਲੋਂ ਮਰ ਗਏ, ਗੁਰੂ ਕੇ ਸ਼ਬਦ ਰਾਹੀਂ ਜਿਨ੍ਹਾਂ ਨੇ ਆਪਣੀ ਜ਼ਿੰਦਗੀ ਨੂੰ ਸਵਾਰ ਲਿਆ, ਜਿਹਦੇ ਪ੍ਰਥਾਏ ਬਾਬਾ ਫਰੀਦ ਸਾਹਿਬ ਜੀ ਨੇ ਕਿਹਾ ਸੀ, ਆਪ ਸਵਾਰੇ ਮੈਂ ਮਿਲੇ, ਮੈਂ ਮਿਲਿਆ ਸੁਖ ਹੋਏ। ਗੁਰੂ ਕੇ ਸ਼ਬਦ ਰਾਹੀਂ ਆਪਣੇ ਜੀਵਨ ਦਾ ਢੰਗ ਜਿਨ੍ਹਾਂ ਨੇ ਸਿੱਖ ਲਿਆ, ਜਿਉਣਾ ਕਿਵੇਂ, ਜਿਨ੍ਹਾਂ ਨੇ ਇਹ ਜਾਂਚ ਲੈ ਲਈ, ਜਿਨ੍ਹਾਂ ਨੇ ਜ਼ਿੰਦਗੀ ਨੂੰ ਸਵਾਰ ਲਿਆ, ਸੱਚ ਨਾਲ ਜੁੜ ਗਏ, ਉਹਨਾਂ ਦੀ ਵਾਹਿਗੁਰੂ ਜੀ ਦੀਆਂ ਨਜ਼ਰਾਂ 'ਚ ਵੀ ਸ਼ੋਭਾ ਬਣ ਜਾਂਦੀ ਹੈ। ਨਿਜ ਘਰ ਵਾਸਾ ਪਾਵੈ ਸੋਏ। ਤੇ ਉਹ ਪ੍ਰਾਣੀ ਸਦਾ ਆਪਣੇ ਸਵੈ ਸਰੂਪ ਵਿੱਚ ਵਸੇ ਰਹਿੰਦੇ, ਟਿਕਦੇ ਰਹਿੰਦੇ ਨੇ। ਗੁਰਬਾਣੀ ਕਹਿੰਦੀ ਅਸੀਂ ਆਏ ਹਾਂ ਕਿਸੇ ਕਾਰਜ ਦੇ ਲਈ। ਉਹ ਕਾਰਜ ਇਹ ਸੀ ਕਿ ਆਪਾਂ ਪਰਮਾਤਮਾ 'ਚ ਸਵੈ ਸਰੂਪ ਵਿੱਚ ਲਿਵਲੀਨ ਹੋਣਾ। ਗੁਰੂ ਅਰਜਨ ਦੇਵ ਜੀ ਦੇ ਪਵਿੱਤਰ ਬਚਨ ਪੜ੍ਹਦੇ, ਜਾਂ ਕੋ ਆਏ ਸੋਈ ਬੇਹਾਜੋ, ਹਰ ਗੁਰ ਤੇ ਮਨਹਿ ਬਸੇਰਾ, ਨਿਜ ਘਰ ਮਹਿਲ ਪਾਵੋ ਸੁਖ ਸਹਜੇ, ਬੌਰ ਨਾ ਹੋਏ ਗੋ ਫੇਰਾ। ਭਈ ਆਪਣੇ ਨਿਜ ਘਰ 'ਚ ਵਾਸਾ ਪਾ ਲਓ। ਨਿਜ ਘਰ 'ਚ ਵਾਸਾ ਪਾਓਗੇ ਫਿਰ ਮੁੜ ਕੇ ਭਟਕਣਾ ਮੁੱਕ ਜਾਏਗੀ, ਆਉਣ ਜਾਣ ਦਾ ਗੇੜ ਹੀ ਖਤਮ ਹੋ ਜਾਏਗਾ। ਨਿਜ ਘਰ ਦੇ ਵਾਸੀ ਬਣ ਜਾਓ। ਬਾਹਰਲੇ ਘਰ ਦੇ ਵਾਸੀ ਹੋਣਾ ਬਹੁਤ ਚੰਗੀ ਗੱਲ ਹੈ, ਵਾਹਿਗੁਰੂ ਮਿਹਰ ਕਰੇ ਇਹ ਘਰ ਸਾਰਿਆਂ ਕੋਲ ਹੋਣ। ਪਰ ਬਾਹਰਲਾ ਘਰ ਸਾਨੂੰ ਇੱਕ ਸੁਨੇਹਾ ਦਿੰਦਾ ਹੈ, ਉਪਦੇਸ਼ ਦਿੰਦਾ ਹੈ
कि ये शरीर करके जे घर मिलिया है तो मन नूं भी घर की लोड़ है। ये शरीर च रहिंदे मन का घर भी बना लो। गुरु अमरदास जी की जिंदगी की एक बड़ी प्यारी गाथा आउंदी है। साखीकार लिखदे कि अमृत वेले जल लैके आउंदे सन सतगुरु जी दे लई। एक दिन तड़कसार जल लैके आए, किते ठेडा लग्या, डिग पे। नेड़े घर से, घर वालियां ने खड़ाक सुनिया, एक दूजे नूं पुछदे बाहर किते चोर तो नहीं आ गया, हनेरा है, सर्दी की रुत है, तड़कसार ही काहदा खड़ाक होया। तो बीबी कहन लगी चोर नहीं, इते अमरू होना है, नथावा। नियाणियां ने बुढ़े बारे घरों कढ़ दिता है, ना दिने चैन ना रात चैन, अमरू निथावा होना है। बाबा अमरदास जी के कन्नी आवाज पै गई, कमलिए अमरू निथावा नहीं, थां वाला है, उन्होंने गुरु के चरणों च थां मिल गई है। सतगुरु जी नूं पता लग्या। गुरु अंगद देव जी ने पूछा कि अज तड़कसार की होया सी भाई। ते जो गल कही ना भाई संतोख सिंह जी ने अंकित की, कहन लगे महाराज मोहे निथावा इन कहो सो साच बखानी। मैनू इस बीबी ने कहा सी अमरू निथावा, दरअसल इन्हें ठीक ही कहा ना, मोहे निथावा इन कहो सो साच बखानी। ने सच किया कि जब लग आत्म रूप को मन लेह ना जानी। जिन्ना चिर साडा मन अपने आत्मिक स्वरूप नूं जान नहीं लैंदा, जिन्ना चिर अपना मन अपने निज घर च वस नहीं जाता, स्वै स्वरूप विच लिवलीन नहीं हो जाता। हुण जे साडा मन बाहर ही भटकदा फिरदा है। जब लग आत्म रूप को मन लेह न जानी, थाएं पाए कर थिर ना रहो तब लग निथावा। जिन्ना चिर मन नूं थां नहीं मिलती, मन भटकदा। शरीर करके कोई घरों बाहर होए उन्होंने आपां निथावा कहने, पर जो मन भटके ते भी ते निथावा है ना। बाबा फरीद साहब जी ने कहा सी बाहर पराए बैसन साई मुझे ना दे, जे तू एवै रख से जियो सिर रोले। वाहेगुरु जी आ बगाने 12 के मूहरे भटकन की मैनू गल ना देवें कि कदी किते हथ जोड़ी खड़ा, कदी किसी का आसरा तक्का, कदी किसी अगे हथ जोड़ी खड़ा। ये दात मैनू नहीं चाहिए, मैनू तो तेरा ही आसरा चाहिए। जिवें रखना है तो भावें शरीर वापस ले ला। बाहर पराए बैसना, दूजियां दा आसरा तकाउण दी मैनू झाक ना देवीं, तू ये दात ना देवीं। भाव के साडा मन इधर उधर दी भटकना तो मुक्त हो के केवल तां केवल एक परमात्मा दे प्यार च टिक जाए, अपने असली सुभाव च आ जाए। सतगुरु जी कहंदे जेड़े गुरु के शब्द राही जीउंदे मर जांदे ने, निज घर वासा पावै सोए, वो अपने निज घर दे वासी बन जाते, स्वै स्वरूप विच लिवलीन हो जाते ने। आप अभुल सच्चा सच सोए, वो वाहिगुरु जी आप अभुल है, वो भुलदा नहीं है। असी सारे जीव भुलन अंदर हाँ, पर अभुल गुरु करतार। परमात्मा अभुल है, परमात्मा सदा कायम रहने वाला है, परमात्मा हमेशा सच स्वरूप है। परमात्मा के दर ते सच दा निबेड़ा हुंदा है। साहब जी कहते होर सब भूले दूजे पत खोए, परमात्मा तो बिना होर सारे जीव भुलनहार ने। परमात्मा नालों टुट के जो जीव भुल जाते ने, सगों उन्हां दी इज्जत गवाचदी है। गुरबाणी कहती दोहे भाए विगुचीए गल पई सुजम की फास। परमात्मा नालों टुट के मनुख विगोचे च जांदा है, घाटे च जांदा है। जिन्ना साडे अंदरों रब्बी गुण खत्म हुंदे जाणगे, उन्ना समझो असी परमात्मा तो दूर हाँ, उन्ना ही असी अंदरों कमजोर हुंदे जाने हैं। शरीर नूं कोई खुराक ना मिले, शरीर रोगी होके सजे सजे खत्म हो जाता है। जदों असी अपने असली आत्मिक खुराक नालों टुटदे हैं, वो खुराक है वाहिगुरु जी दा सिमरन, वो खुराक है परमात्मा की सिफत सलाह, वो खुराक है जिंदगी च शुभ काम। जदों असी उन्हां गुणां नालों टुटदे हाँ, उदों साडे अंदरों मनुखता मरदी है, साडा अंदरूनी जीवन खत्म होंदा है, अंदरों मरदे चले जाते हैं। बाहरों जिउने आ, मुबारक है वाहिगुरु जी ने जिहड़ी जिंदगी दिती है, पर यह जिंदगी सी सद जीवन प्राप्त करने दे लई, ये जीवन सी एक आत्मिक जीवन मानण दे लई। पर मनुख जिंदगी के लक्ष्य नूं ही भुल गया, मकसद नूं भुल गया। उन्हें सोचा कि खाना पीना ही जिंदगी है। ये संसार तो एक सराह है, जिंदगी तो एक पड़ाव है। सराह ठहरन दे लई नहीं है, सराह ते अगे सफर ते तुरन दे लई सी। पर मनुख ने सराह नूं ही सब कुछ समझ लिया, सराह दे नाल ही प्यार पा बैठा। इस करके सतगुरु साहिब जी कहते जदों असीं उस वाहिगुरु दे प्यार नालों टुटदे हां,
हुंदा की है, देनहार प्रभ छोड़ के लागे आन, सोआए नानक कहो न सीजई, बिन नामे पत जाए। वाहिगुरु नालों टुट के सतगुरु जी कहते मनुख की पत चली जाती, इज्जत गवा जाती है। होर सब भूलें दूजे पत खोए। परमात्मा अभुल है, परमात्मा तो बिना होर सारे भुल जाते ने, दूजे पासे लग के अपनी इज्जत गवा बैठे ने, खो लेंदे ने। साचा सेवो साची बाणी। धन गुरु अमरदास जी कहते भाई जिंदगी के अंदर उस सदा कायम रहने वाले वाहिगुरु की सेवा करो। उस वाहिगुरु जी की सेवा जिहड़ी है सच्ची बाणी नहीं होनी है, वाहिगुरु जी की सिफत सलाह दे राही। परमात्मा की सेवा की है, परमात्मा के गुण गायन करने। परमात्मा का कोई आकार नहीं है, रंग रूप रेस शरीर नहीं है कोई जिहदे आपां गोडे कुटांगे, पक्खा चलांगे, रोटी खवावांगे, नहीं। हर की टहल कमावणी, जपिए प्रभ का नाम। परमात्मा की टहल है कि परमात्मा के नाम नूं चेते करिए। नाम नूं चेते करन दा अर्थ की है? नाम नूं चेते करन दा अर्थ है तुहानूं कोई बंदा जिंदगी च चंगा मिलदा है, तुहाडी मदद करदा है, औखे वेले तुहाडा संग साथ दिंदा है, ते तुसीं जिथे भी बहिंदे ना जिंदगी च फिर उन्हूं वार वार याद करदे। आपां कहने बड़ा नाम जपदा उहदा, बड़े गुण गाउंदा उहदे। नाम जपण दा अर्थ है कि वार वार परमात्मा नूं चेते करना। ये जिन्नियां दातां वाहिगुरु जी ने दित्तियां ने, ये रब दीयां दातां ने, ये ते साडी कोई चतराई चलाकी नहीं है। ये तो वाहिगुरु जी ने बड़ी रहमत की, सानू सोहने कर दिते ने, सोहनी धरती ते लिआंदा है, सोहणियां रिश्तेदारियां दित्तियां ने, सोहना शरीर दिता है, खाण पीण पहनण दे किन्ने सोहने पदार्थ दिते ने। सानू ते रब दा धन्नवाद ही बहुत ज्यादा करना चाहिए। बस ये दुनियावी पदार्थां नूं देख के गुरु साहिब जी का बचन गावे को दात जाने निशान। रब दियां दित्तियां दातां नूं ओदी निशानी जान के उन्होंने चेते करना, यह है परमात्मा दे गुण गाउणा, यह है परमात्मा दी सिफत सलाह करनी। ज्यों ज्यों आपां परमात्मा दियां दातां वरतीए, सानू ते सतगुरु जी ने मार्ग ही बड़ा सुहेला दिता है। तुसीं धर्मां दी दुनिया च नज़र मारो, कोई कहंदा घर छड्ड के जंगलां च बैठो तां रब मिलेगा, कोई कहंदा जी 68 तीर्थां ते जाओ, कोई वड्डे वड्डे जग तप पता नहीं की कुछ करने के लिए कहते हैं, शरीर को कष्ट देने लिए कहते हैं, बड़ियां बड़ियां कठोर समाधियां लाने लिए कहते हैं। सानू सतगुरु जी ने इहो जिहा कोई मार्ग नहीं सी दिता, पर कुछ लोग जोग मत नूं विच घसोड़ी जाते हैं। इत्थे ध्यान धरो, इस तरीके नाल जपो, एक बारी बाहर कढो, एक बारी अंदर जाओ, बहुत कुछ आपां करना शुरू कर दिता। ये मार्ग गुरमत दा नहीं है, गुरमत दा सहज मार्ग है। गुरमत दा इक्को एक मार्ग है, नाम जपो, किरत करो, वंड के छको। ते नाम जपण दा अर्थ हाथ पांव कर काम सब चीज निरंजन नाल। अमृत वेले उठदिआं उस वाहिगुरु जी दे प्यार च जुड़ जाओ, शुकराना करो, अपनी किरत करो। तुसीं किरत ते रहिंदिआं उस परमात्मा नूं चेते रखो। किरत ते रहिंदिआं इह धन्नवाद जरूर करो कि वाहिगुरु असीं ते करोड़ां लोकां नालों चंगे, सानूं इन्ना सोहना कारोबार तुसीं दित्ता है, तुहाडा धन्नवाद। सानूं किसी दी मुताजगी नहीं करनी पैंदी, रोटी बदले सानूं किसी के हत्थ नहीं अड्डणे पैंदे, किसी दी आस नहीं रखनी पैंदी। यही तो बंदगी है कि परमात्मा ने जो जिम्मेवारियां लगाइयां ने, परमात्मा ने जो कुछ सानू दिता है, उन्होंने वरतदियां परमात्मा नू चेते रखना, परमात्मा नू याद रखना। गुरु साहब जी ने गल चेते कराई सी कि भाई रामैया के गुण चेत प्राणी, कवन मूल ते कवन दृष्टानी, जिन तू सात सवार संगारिया, गर्भ अग्न में जिन्हें उबारे। वो परमात्मा के गुण गाया कर। पर सतगुरु जी कहते ये निर्गुण गुण कछु न बूझे। बंदा बड़ा अकिरत कण है। ये धरती नूं पहाड़ां, समुद्रां, दरियावां, आबादियां दा कोई पार नहीं है। धरती ते सदियां तो इवें है ते इवें रहनी है। भाई गुरदास जी ने एक गल कही सी, धरती नूं पुछया कि धरतीए तैनूं एक वड्डे वड्डे पर्वतां दा भार नहीं लगदा, तैनूं वड्डे वड्डे दरख्तां दे जंगलां दा भार नहीं लगदा, किड्डियां किड्डियां वड्डियां बिल्डिंगां मनुख ने बना लियां, इहदा भार नहीं लगदा तैनूं? इन्नी आबादी वधदी जांदी, मनुख डर रहा आबादी तो, पर धरती नूं कोई डर नहीं। ये मनुख दी एक नीवीं नकमी सोच है कि धरती ते होर लोग नहीं होने चाहिए, मैं ही होना चाहिए। एक सोच चली है, कुछ लोग जिहड़े दुनिया की इकानमी नूं अपनी मुठ च करना चाहुंदे ने, सारी दुनिया नूं गुलाम बना के रखना चाहुंदे ने। आ वायरस जिहदे विचों निकलिया सी, उन्हां लोकां दी सोच है कि आबादी थोड़ी जी होनी चाहिए ते साडे लोकां दी होनी चाहिए, बाकी मर जाए कोई गल नहीं। यह तकनीकां चल रही ने। आर्थिक तौर पर जिहड़ा
संघर्ष शुरू है, दुनिया की तीजी वर्ल्ड वार है, इन्हों को मामूली ना समझ लियो। ये दुनिया की तीजी वर्ल्ड वार है, 2 वर्ल्ड वार पहला चलियां। ये कोई किसानों का संघर्ष नहीं है कला, ये ठीक है चुकिया इन्हों किसानों ने, ये इन्हों मान मिले है। ये संघर्ष तो अमेरिका च बहुत चिर पहला उठना चाहिए, जितों कंपनियां ने उतों की इकोनॉमी को काबू किया, उतों के किरसानी सिस्टम को खत्म किया। इस करके ये संघर्ष जो शुरू होया तो होरना मुल्कों भी आस जागी, होरना मुल्कों के किरती लोगों, होरना लोगों आस जागी कि ये आज़ादी की लोड़ है, ये दुनिया की तीजी वर्ल्ड वार है, इन्हों मामूली ना समझ लेना तुसी। और एडी जल्दी भी आस ना रखना कि अज ही हल हो जाएगा मसला। ये लंबी जंग है, बड़े सबर वाली जंग है। ये ज्यों ज्यों तुसी इहदी डूंघाई च जाओगे तुहानूं एहसास होएगा कि इहदी कितनी वड्डी लोड़ है इस जंग की। असी किवें मानसिक तौर पर भी आर्थिक तौर पर सानू गुलाम बनाया जा रहा है, प्राइवेट अदारियां वालों, कारपोरेट घराणियां वालों किवें सानू गुलाम बनाया जा रहा है। इस करके सतगुरु साहिब जी कहते हैं कि जदों कोई मनुख सच दे नाल जुड़दा है वो वाहिगुरू जी का धन्नवाद करदा। मैं बेनती कर रहा सा कि सानू वाहिगुरू जी ने इन्नियां दातां दित्तियां, सानू उहदे धन्नवादी होना चाहिए। नहीं होवांगे असीं किरतकन बन जावांगे। धरती नूं ते कोई आबादी का भार नहीं, जिन्नी मर्जी वधी जाए। धरती ते कमी कोई नहीं है, धरती दे विच खाण पीण दे पदार्थां दी कमी कोई नहीं है, जिन्नी मर्जी आबादी हो जाए। लेकिन मनुख नूं रहना आउणा चाहिए धरती ते। गल आबादी दी नहीं है, मनुख नूं रहना आउणा चाहिए। पर जदों मनुख अकिरत कण बन जांदा है धरती ते भार उदों वधदा है। भारे कोई अकिरत कण मंदी हो मंदे। जिन्हां ने परमात्मा नूं भुला दित्ता ते पोए भार थी, वो धरती ते भार बन जांदे ने। इस करके सतगुरू जी कहंदे साचा सेवो साची बाणी, सदा उस सच्ची बाणी दे राहीं सदा कायम रहने वाले वाहिगुरू जी की सेवा करया करो, उहदी सिफत सलाह करया करो। नानक नामे साच समाणी। सतगुरू जी कहंदे जे सच्ची बाणी नाल जुड़े रहोगे तुसी नाम नाल जुड़ जाओगे, नाम दे राहीं सच विच लिवलीन हो जाओगे। पर नाम दे नाल वाहिगुरू जी की सिफत सलाह दे नाल जुड़न दे लई सब तो पहली शर्त यह है कि जीवत मरै मर मरण सवारे। जीउंदे मरना पेगा। जीउंदे मरण का अर्थ है कि मन की मत वालों मर जाना। जीउंदे मरण का अर्थ है अखीं बाजों वेखना विण कन्ना सुनना, पैरां बाजों चलना विण हत्थां करना, जीवे बाजों बुरना इउं जीवत मरना। अपने इन्हां इंद्रियां नूं औगणां वालों मुक्त कर लेना, यह है जीउंदे मरना। अपने इस मन नूं गुरु की मर्जी अनुसार चलाउणा, यह है जीउंदे मरना। जदों जीउंदे मर जावांगे सतगुरु साहिब जी कहते गुरु के शब्द साच उरतारे। गुरु के शब्द रही सच साडे अंदर वस जाएगा, असी सच विच लिवलीन हो जावांगे। और जिहड़ा जीउंदा मर जांदा है वह अपना आउण वाले मरण नूं सवार लैंदा है, जीवन नूं सवार लैंदा है, उहदियां कुलां दा नाम रोशन हो जाता है, वो आप भी जिंदगी का आनंद माणदा है। सारी जिंदगी उस सच की सेवा करदिआं जिथे वाहिगुरू जी ने नज़रां च सुरखरू हो जाता है, प्रवान हो जाता है, इस जगत ते रहिंदा होया भी होर मानवता की सेवा करता है। सतगुरु गुरु अमरदास जी के ये पवित्र बचन साडे हिरदे च वसन जी। इन्नियां बेनतियां प्रवान करनियां, भुल चुक दी खिमा बख्श देनी। गरीब नवाज सतगुरु जी सारियां ते नजरे रहमत करन, घरां सुख शांति ते चढ़दी कला दी दात बख्शन। प्यार सहित सारे ही बुलाओ जी। वाहिगुरू जी का खालसा, वाहिगुरू जी की फतेह।